ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਆਪਾਂ ਹੁਣ ਮੋਸ਼ਨ ਚੈਪਟਰ ਦਾ ਲੈਕਚਰ ਨੰਬਰ 2 ਕਰਨ ਜਾ ਰਹੇ ਹਾਂ। ਠੀਕ ਹੈ, ਤਾਂ ਆਪਣਾ ਵੈਸੇ ਟੋਟਲ ਸਾਇੰਸ ਦਾ ਚੈਪਟਰ ਨੰਬਰ ਹੈ 7। 6 ਜਿਹੜੇ ਕੀਤੇ ਆ ਉਹ ਕੈਮਿਸਟਰੀ ਦੇ ਪੂਰੇ ਹੋ ਚੁੱਕੇ ਆ ਥਿਊਰੀ, ਤੇ ਜਿਹੜੇ ਬੱਚੇ ਨਹੀਂ ਦੇਖੀ ਕਲੀਅਰ ਕਰਨੇ ਡਾਊਟਸ ਤਾਂ ਕਰ ਸਕਦੇ ਹੋ। ਇੱਕ ਦੋ ਪੁਆਇੰਟ ਤੁਹਾਨੂੰ ਮੈਂ ਕਲੀਅਰ ਕਰਨ ਜਾ ਰਿਹਾ ਹਾਂ, ਧਿਆਨ ਨਾਲ ਸੁਣ ਲਿਓ। ਆਪਾਂ ਇਹ ਚੀਜ਼ਾਂ ਕਰ ਕਿਉਂ ਰਹੇ ਹਾਂ? ਆਪਾਂ ਕਰ ਰਹੇ ਹਾਂ ਸਿਰਫ ਤੇ ਸਿਰਫ ਥਿਊਰੀਜ਼। ਠੀਕ ਹੈ, ਥਿਊਰੀ ਦੇ ਨਾਲ ਕੀ ਹੋਊਗਾ, ਤੁਸੀਂ ਕਨਸੈਪਟ ਦੇ ਨਾਲ ਇੱਕ ਅਟੈਚਮੈਂਟ ਬਣ ਜੂਗੀ ਤੁਹਾਡੀ। ਜਿਹੜੀਆਂ ਚੀਜ਼ਾਂ ਤੁਹਾਨੂੰ ਇਹ ਨਹੀਂ ਕਿ ਐਮਸੀਕਿਊ ਕਰੋਗੇ ਜਾਂ ਤੁਹਾਨੂੰ ਕਨਸੈਪਟ ਸਮਝ ਆ ਜਾਣਗੇ, ਨਹੀਂ। ਜਿੰਨਾ ਚਿਰ ਤੁਹਾਨੂੰ ਜਿਹੜੇ ਥਿਊਰੀ ਨਹੀਂ ਕਲੀਅਰ ਉਹਨਾਂ ਚਿਰ ਤੁਹਾਨੂੰ ਐਮਸੀਕਿਊ ਕਰਨ ਦਾ ਕੋਈ ਫਾਇਦਾ ਨਹੀਂ। ਹੁਣ ਥਿਊਰੀ ਆਪਾਂ ਕਲੀਅਰ ਕਰਾਂਗੇ, ਜਿਹੜੇ ਉੱਪਰੋਂ ਜਿਹੜੇ ਮੇਨ ਕਨਸੈਪਟ ਹੈ, ਡੀਪ ਕਨਸੈਪਟ ਜ਼ਿਆਦਾ ਜਾਣਾ ਹੀ ਨਹੀਂ। ਕਿਉਂ? ਕਿਉਂਕਿ ਹੁਣ ਟਾਈਮ ਆਪਣੇ ਕੋਲ ਹੈ ਲਿਮਟਿਡ। ਕਿਉਂਕਿ ਜੇ ਮੋਸ਼ਨ ਚੈਪਟਰ ਦੇ ਮੰਨ ਕੇ ਚਲੋ ਆਪਾਂ ਡੀਪ ਜਾਣ ਲੱਗ ਗਏ ਨਾ, ਤਾਂ ਜ਼ਿਆਦਾ ਨਹੀਂ ਤਾਂ 7-8 ਦਿਨ ਲੱਗ ਜਾਣੇ ਇਕੱਲੇ ਮੋਸ਼ਨ ਚੈਪਟਰ ਤੇ। ਭਲਾ ਦੀ 30 ਮਿੰਟ ਦੀ ਵੀਡੀਓ ਵੀ ਬਣਾਈਏ ਤਾਂ ਠੀਕ ਹੈ। ਤਾਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ, ਸਿਰਫ ਤੇ ਸਿਰਫ ਆਪਾਂ ਇੱਕ ਕਨੈਕਸ਼ਨ ਬਣਾਉਣਾ ਹੈ ਚੈਪਟਰਸ ਦੇ ਨਾਲ ਜਿੰਨੇ ਵੀ ਆਪਾਂ ਕਰਾਂਗੇ। ਜਿਵੇਂ ਆਪਾਂ ਲਾਸਟ 6 ਕੀਤੇ ਆ, ਜ਼ਰੂਰ ਤੁਸੀਂ ਦੇਖੇ ਹੀ ਹੋਣਗੇ, ਤੁਹਾਨੂੰ ਸਮਝ ਲੱਗ ਗਈ ਹੋਣੀ ਹੈ ਮੈਂ ਕਿਹੜੀ ਗੱਲ ਕਰ ਰਿਹਾ। ਠੀਕ ਹੈ, ਤਾਂ ਹੁਣ ਇਹਦੇ ਵਿੱਚ ਕੀ ਕਰਾਂਗੇ ਕਿ ਅੱਜ ਵਾਲੇ ਚੈਪਟਰ ਦੇ ਵਿੱਚ ਕਰਨਾ ਆਪਾਂ ਇੱਕ ਤਾਂ ਕਰਾਂਗੇ ਸਪੀਡ, ਵੈਲੋਸਿਟੀ, ਐਵਰੇਜ ਸਪੀਡ ਤੇ ਐਵਰੇਜ ਵੈਲੋਸਿਟੀ ਤੇ ਐਕਸਲਰੇਸ਼ਨ। ਬਸ ਇੱਥੇ ਤੁਹਾਡੀ ਜ਼ਿਆਦਾ ਥਿਊਰੀ ਹੈ, ਜਿਹੜੀ ਮੇਨ ਥਿਊਰੀ ਹੈ 80% ਕਵਰ ਹੋ ਜੂਗੀ, ਕਿਉਂਕਿ ਪਿਛਲੇ ਲੈਕਚਰ 'ਚ ਵੀ ਕਰ ਲਿਆ ਆਪਾਂ। ਤੇ ਜਿਹੜੇ ਹੁਣ ਡਾਊਟ ਰਹਿਣਗੇ ਬੱਚਿਆਂ ਦੀ, ਇੱਕ ਤਾਂ ਨੂਮੈਰਿਕ ਦੇ, ਇੱਕ ਗ੍ਰਾਫ ਵਾਲਾ ਬੱਚਾ ਮੈਸੇਜ ਕਰ ਰਿਹਾ ਸੀ ਕਿ ਗ੍ਰਾਫ ਵਾਲੇ ਦਾ ਕੀ ਕਰਾਂਗੇ, ਉਹ ਤੁਹਾਨੂੰ ਮੈਂ ਐਮਸੀਕਿਊ ਦੇ ਨਾਲ ਡਾਊਟ ਕਲੀਅਰ ਕਰਾ ਦੂੰਗਾ ਜਦੋਂ ਆਪਾਂ ਕੀਤੇ। ਠੀਕ ਹੈ, ਫਿਰ ਆਪਾਂ ਚੱਲਾਂਗੇ ਫੋਰਸ ਐਂਡ ਲਾਅ ਆਫ ਮੋਸ਼ਨ ਤੇ, ਜਦੋਂ ਕੱਲ ਕਰਾਂਗੇ ਜਿਹੜਾ ਆਪਾਂ। ਚਲੋ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਹੋਏ। ਤਾਂ ਨਾਲ ਐਗਜ਼ਾਮਪਲਸ ਦੇ ਨਾਲ ਹੀ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਕਰਾ ਦੇਣੀਆਂ। ਚਲੋ ਇੱਕ ਪਾਸੇ ਆਪਾਂ ਲਿਖ ਲੈਂਦੇ ਹਾਂ ਸਪੀਡ, ਇੱਕ ਪਾਸੇ ਲਿਖ ਲੈਂਦੇ ਹਾਂ ਵੈਲੋਸਿਟੀ। ਸਪੀਡ ਨੂੰ ਤੁਸੀਂ ਕੀ ਕਹਿ ਦਿੰਦੇ ਆ? ਚਾਲ ਪੰਜਾਬੀ ਦੇ ਵਿੱਚ। ਤੇ ਵੈਲੋਸਿਟੀ ਨੂੰ ਵੇਗ। ਇਹੀ ਹੈ ਨਾ। ਹੁਣ ਦੇਖੋ ਥਿਊਰੀ ਮੈਂ ਤੁਹਾਨੂੰ ਐਕਸਪਲੇਨੇਸ਼ਨ ਲਿਖਾ ਦੂੰਗਾ ਤਾਂ ਉਹਦਾ ਕੋਈ ਮਤਲਬ ਨਹੀਂ ਨਿਕਲਣ ਵਾਲਾ। ਜਿੰਨਾ ਚਿਰ ਤੁਹਾਨੂੰ ਐਗਜ਼ਾਮਪਲਸ ਦੇ ਕੇ ਪ੍ਰੋਪਰ ਵੇ ਨਾਲ ਨਾ ਸਮਝਾਇਆ ਜਾਵੇ, ਉਹਨਾਂ ਚਿਰ ਤੁਹਾਨੂੰ ਚੀਜ਼ ਕੋਈ ਵੀ ਨਹੀਂ ਸਮਝ ਆਣੀ। ਹੁਣ ਸਪੀਡ ਕੀ ਕਹਿ ਦੋਗੇ? ਸਪੀਡ ਕਹੋਗੇ ਜੀ ਇਹ ਤਾਂ ਗਤੀ ਹੈ। ਠੀਕ ਹੈ, ਸਪੀਡ ਨੂੰ ਕੀ ਕਹਿ ਦੋਗੇ? ਗਤੀ ਕਹਿ ਦੋਗੇ। ਮੋਸ਼ਨ ਵੀ ਕੀ ਹੈ? ਗਤੀ ਚ ਆ ਜਾਂਦਾ ਆਪਣਾ। ਠੀਕ ਹੈ, ਹੁਣ ਇਹ ਚੀਜ਼ਾਂ ਹੈ ਕਿ ਇਹਨਾਂ ਨੂੰ ਆਪਾਂ ਕਿਵੇਂ ਸਮਝ ਸਕਦੇ ਹਾਂ? ਦੇਖੋ ਇਹਨੂੰ ਲੈ ਕੇ ਚੱਲਾਂਗੇ ਆਪਾਂ ਪਹਿਲਾਂ ਪ੍ਰੈਕਟੀਕਲੀ ਐਗਜ਼ਾਮਪਲ ਨਾਲ, ਫਿਰ ਤੁਹਾਨੂੰ ਜਿਹੜੀ ਕੀ ਹੈ ਡੈਫੀਨੇਸ਼ਨ ਦੱਸਣ ਦੀ ਵੀ ਲੋੜ ਪੈਣੇਗੀ ਮੈਨੂੰ, ਤੁਸੀਂ ਆਪੇ ਹੀ ਸਮਝ ਜਾਓਗੇ। ਹੁਣ ਸਪੀਡ ਦੇ ਵਿੱਚ ਕੀ ਹੁੰਦਾ? ਮੰਨ ਕੇ ਚੱਲੋ ਮੈਂ ਜਾ ਰਿਹਾ 50 ਕਿਲੋਮੀਟਰ, 50 ਮੀਟਰ ਲਾ ਲਓ, ਚਲੋ ਸੌਖੇ ਨਾਲ ਚੱਲਾਂਗੇ ਆਪਾਂ। 50 ਮੀਟਰ ਸੈਕਿੰਡ ਦੀ ਸਪੀਡ ਨਾਲ। ਠੀਕ ਹੈ, 50 ਮੀਟਰ ਜਾਣਾ ਪਿਆ 1 ਸੈਕਿੰਡ 'ਚ। ਧਿਆਨ ਨਾਲ ਸਮਝੀ ਚੱਲਿਓ। ਹੁਣ 50 ਮੀਟਰ ਸੈਕਿੰਡ ਦੀ ਸਪੀਡ ਨਾਲ ਮੈਂ ਘਰੋਂ ਚੱਲਿਆ ਬਾਈਕ ਤੇ, ਤਾਂ ਮੈਂ ਚਲਾ ਗਿਆ। ਮੈਂ ਕਿੰਨਾ ਟਾਈਮ ਗਿਆ? ਮੈਂ ਗਿਆ ਮੰਨ ਕੇ ਚੱਲੋ 4 ਮਿੰਟ। ਠੀਕ ਹੈ, ਧਿਆਨ ਨਾਲ ਸਮਝੀ ਚੱਲੋ, ਮੈਂ ਗਿਆ 4 ਮਿੰਟ। ਹੁਣ ਮੈਂ ਤੁਹਾਨੂੰ ਕਹਾਂ ਕਿ ਮੈਨੂੰ ਤਾਂ ਜੀ ਇਹਦਾ ਦੱਸੋ ਮੈਂ ਕਿੰਨੀ ਦੂਰੀ ਤੈਅ ਕੀਤੀ ਹੈ। ਤੁਸੀਂ ਮਿੰਟ ਲਾਓਗੇ ਕਰਨ ਲੱਗੇ, ਕਿਵੇਂ ਕਰੋਗੇ ਕਿ ਪਹਿਲਾਂ ਆਪਣੇ ਕੋਲ ਕੀ ਹੈ? ਪਹਿਲਾਂ ਆਪਣੇ ਕੋਲ ਆਊਗਾ 50। ਠੀਕ ਹੈ, ਫਿਰ 4 ਨੂੰ ਤੁਸੀਂ ਸੈਕਿੰਡ ਦੇ ਵਿੱਚ ਚੇਂਜ ਕਰਨਾ ਹੈ ਨਾ, ਸੈਕਿੰਡ 'ਚ ਚੇਂਜ ਕਰ ਦੋਗੇ। ਕਿਵੇਂ ਕਰੋਗੇ ਇਹਨੂੰ? 60 ਨਾਲ ਮਲਟੀਪਲਾਈ ਕਰਕੇ 6 ਚੌਕਾ 24 ਆ ਜਾਊਗਾ ਆਪਣੇ ਕੋਲੇ। ਲਓ ਹੁਣ ਆਪਾਂ ਇਹਨੂੰ ਕੱਢ ਦਾਂਗੇ, ਆ ਗਿਆ ਆਪਣੇ ਕੋਲੇ 5/24। ਠੀਕ ਹੈ, 5/24 ਆਇਆ ਕੀ ਹੈ? ਧਿਆਨ ਦਿਓ, ਆਪਾਂ ਇਹਨਾਂ ਚੀਜ਼ਾਂ ਤੇ ਨਹੀਂ ਜਾਣਾ ਕਿ ਇਹਨਾਂ ਨੂੰ ਕਿਵੇਂ ਕੱਟਣਾ ਹੈ। ਤੁਸੀਂ ਕਹਿ ਦੋਗੇ ਉਂਝ ਤਾਂ 4.8 ਆ ਜਾਊਗਾ। ਠੀਕ ਹੈ, ਇਹਨਾਂ ਚੀਜ਼ਾਂ ਤੇ ਅਜੇ ਨਹੀਂ ਜਾਣਾ, ਸਿਰਫ ਕਨਸੈਪਟ ਨਾਲ ਜੁੜਨਾ ਹੈ ਕਿ ਇਹਦੇ 'ਚ ਗੱਲ ਕੀ ਕਰ ਰਹੇ ਹਾਂ ਆਪਾਂ। ਠੀਕ ਹੈ, ਹੁਣ ਦੇਖੋ ਕਿੰਨਾ ਡਿਸਟੈਂਸ ਤੈਅ ਕੀਤਾ ਮੈਂ ਕੀਤਾ 5/24। ਠੀਕ ਹੈ, ਕੀ ਕੀਤਾ ਇਹ ਨਾਲ ਕੀ ਲਿਖਾਂਗੇ ਆਪਾਂ ਇਹਦੇ? ਕਿੰਨਾ ਡਿਸਟੈਂਸ, ਕਿਵੇਂ, ਕਿਹੜੀ ਚੀਜ਼ ਲਿਖਾਂਗੇ ਆਪਾਂ? ਜਿਵੇਂ ਤਾਂ ਲਿਖ ਦਿੰਦੇ ਕਿਲੋਮੀਟਰ, ਮੀਟਰ। ਠੀਕ ਹੈ, ਆਪਾਂ ਇਹਦੇ ਨਾਲ ਲਿਖਾਂਗੇ ਮੀਟਰ ਪ੍ਰਤੀ ਸੈਕਿੰਡ। ਠੀਕ ਹੈ, ਹੁਣ ਇੱਥੇ ਦੋ ਚੀਜ਼ਾਂ ਕਲੀਅਰ ਹੋ ਗਈਆਂ, ਦੋ ਦੀਆਂ ਵੀ 3 ਹੋ ਗਈਆਂ। ਕਿਵੇਂ? ਇੱਕ ਹੋਰ ਐਗਜ਼ਾਮਪਲ ਲੈਣਾ, ਫਿਰ ਤਿੰਨੇ ਚੀਜ਼ਾਂ ਦੱਸੋ ਕੀ ਕਲੀਅਰ ਹੋਈਆਂ। ਮੈਂ ਹੁਣ ਲੈ ਲਓ ਇੱਥੇ 20 ਮੀਟਰ ਪ੍ਰਤੀ ਸੈਕਿੰਡ, ਇੱਥੇ ਲੈ ਲਓ ਉਹੀ 4 ਮਿੰਟ। ਠੀਕ ਹੈ, ਹੁਣ 20 ਨੂੰ ਫਿਰ ਉੱਪਰ ਰੱਖ ਦਾਂਗੇ, ਉਸ ਤੋਂ ਬਾਅਦ ਕੀ ਆਊਗਾ? 4 ਮਿੰਟ ਨੂੰ ਆਪਾਂ ਫਿਰ ਨੀਚੇ। ਹੁਣ ਜਿਵੇਂ ਤੁਸੀਂ ਕਹਿੰਦੇ ਆ ਉਹ ਆ ਜਾਊਗਾ ਆਪਣਾ 1/12। ਠੀਕ ਹੈ, 1/12 ਆ ਗਿਆ ਆਪਣੇ ਕੋਲੇ। ਹੁਣ ਦੇਖੋ ਹੁਣ ਕੀ ਹੈ? ਇਹ ਕੀ ਆ ਗਿਆ? ਮੀਟਰ ਪ੍ਰਤੀ ਸੈਕਿੰਡ। ਇੰਨੇ ਮੀਟਰ 1 ਸੈਕਿੰਡ ਦੇ ਵਿੱਚ ਜਾਣਾ ਪਿਆ ਮੈਂ। ਠੀਕ ਹੈ, ਜੇ ਮੈਂ 4 ਮਿੰਟ ਗਿਆ ਤਾਂ ਕਲੀਅਰ ਹੋ ਗਿਆ ਹੁਣ ਇਹਨਾਂ। ਹੁਣ ਅੱਗੋਂ ਕੀ ਕਰਨਾ? ਹੁਣ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਈਆਂ? ਹੁਣ ਆ ਗਿਆ ਇੱਕ ਤਾਂ ਇਹਦੇ ਵਿੱਚ ਫਾਰਮੂਲਾ ਸਪੀਡ ਦਾ, ਡਿਸਟੈਂਸ
ਜਿੰਨਾ ਤੈਅ ਕੀਤਾ ਤੇ ਬਟਾ ਟਾਈਮ। ਠੀਕ ਹੈ, ਮੈਂ ਦੱਸਿਆ ਸੀਗਾ ਕਿੰਨੇ ਨਾਲ ਮੈਂ ਇਨੀਸ਼ੀਅਲ ਸਪੀਡ ਸੀਗੀ, ਮੈਂ ਸਿਰਫ ਅਟੈਚ ਕਰਨਾ ਤੇ ਦੱਸਿਆ ਸੀ, ਜਿਹੜਾ ਮੈਂ ਹੁਣ ਨੁਮੈਰਿਕ ਦੱਸਿਆ ਉਹ ਵੀ ਤੁਹਾਨੂੰ ਕਰਾ ਦੂੰਗਾ। ਠੀਕ ਹੈ, ਡਿਸਟੈਂਸ ਤੇ ਸਪੀਡ ਆ ਗਈ, ਐਸਆਈ ਯੂਨਿਟ ਆ ਗਈ ਇਹਦੇ ਵਿੱਚ। ਐਸਆਈ ਯੂਨਿਟ ਕੀ ਹੈ? ਡਿਸਟੈਂਸ ਦਾ ਕੀ ਹੁੰਦਾ? ਠੀਕ ਹੈ, ਮੈਂ ਦੱਸਿਆ ਸੀ ਨਾ ਕਿਹੜੇ ਨਾਲ ਚੱਲਣਾ, ਆਪਾਂ ਚੱਲਣਾ ਐਮਕੇਐਸ ਨਾਲ, ਮੀਟਰ ਕਿਲੋਮੀਟਰ ਤੇ ਸੈਕਿੰਡ। ਹੁਣ ਮੀਟਰ ਕੀ ਹੈ ਆਪਣੇ ਕੋਲੇ? ਠੀਕ ਹੈ, ਮੀਟਰ ਕੀ ਹੈ ਆਪਣੇ ਕੋਲੇ? ਡਿਸਟੈਂਸ ਮੀਟਰ, ਤੇ ਟਾਈਮ ਦਾ ਕੀ ਲਿਖਾਂਗੇ? ਬਸ ਸੈਕਿੰਡ। ਇਹ ਇਹਦੀ ਕੀ ਹੋਗੀ? ਐਸਆਈ ਯੂਨਿਟ ਹੋਗੀ। ਇਹ ਵੀ ਕਲੀਅਰ ਹੋ ਗਿਆ। ਹੁਣ ਚੱਲਦੇ ਆਪਾਂ ਅੱਗੋਂ। ਹੁਣ ਇਹਦੇ ਵਿੱਚ ਕੀ ਆ ਗਿਆ ਆਪਣੇ ਕੋਲੇ? ਇਹਦੇ ਵਿੱਚ ਦੋ ਹੀ ਚੀਜ਼ਾਂ ਆਉਂਦੀਆਂ ਪਈਆਂ। ਠੀਕ ਹੈ, ਤੁਸੀਂ ਮੈਨੂੰ ਇਹ ਦੱਸਤਾ ਮਿੰਟ 'ਚ ਹੀ। ਚਲੋ ਮੈਂ ਅੱਗੇ ਦੱਸਦਾ ਤੁਹਾਨੂੰ ਅਗਲੀ ਸ਼ੀਟ ਤੇ ਕਿ ਮੈਂ ਪੁੱਛਣਾ ਕੀ ਚਾਹਨਾ ਤੁਹਾਡੇ ਕੋਲ। ਸਪੀਡ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੈ ਆਪਣੇ ਕੋਲੇ? ਮੈਂ ਤੈਅ ਕੀਤਾ ਹੈ, ਮੰਨ ਕੇ ਚੱਲੋ 500 ਮੀਟਰ। ਠੀਕ ਹੈ, ਕਿੰਨੇ ਟਾਈਮ ਦੇ ਵਿੱਚ? ਮੰਨ ਕੇ ਚੱਲੋ ਮੈਂ ਤੈਅ ਕੀਤਾ 50 ਸੈਕਿੰਡ ਦੇ ਵਿੱਚ। ਧਿਆਨ ਨਾਲ ਸਮਝ ਲਿਓ ਜੇ ਤੁਸੀਂ ਸਮਝਣਾ ਤਾਂ। ਹੁਣ ਕਿੰਨਾ ਤੈਅ ਕੀਤਾ? ਡਿਸਟੈਂਸ, ਟਾਈਮ ਕਿੰਨਾ ਲੱਗਿਆ? ਠੀਕ ਹੈ, ਇਹਨੂੰ ਕੱਟ ਕੇ ਆਪਣੇ ਕੋਲ ਕਿੰਨਾ ਆ ਗਿਆ? ਆਪਣੇ ਕੋਲ ਆ ਗਿਆ 10 ਮੀਟਰ, ਮੈਂ ਗਿਆ 1 ਸੈਕਿੰਡ ਦੇ ਵਿੱਚ। ਠੀਕ ਹੈ, ਇਹ ਕੀ ਆ ਗਈ ਆਪਣੇ ਕੋਲੇ? ਸਪੀਡ ਆ ਗਈ। ਕਲੀਅਰ ਹੈ? ਹੁਣ ਪਹਿਲਾਂ ਵਾਲਾ ਡਾਊਟ ਜਿੰਨਾ ਦਾ ਸੀ ਉਹ ਕਲੀਅਰ ਹੋ ਗਿਆ ਕਿ 10 ਮੀਟਰ ਗਿਆ ਮੈਂ 1 ਸੈਕਿੰਡ ਦੇ ਵਿੱਚ। ਹੁਣ ਜੇ ਮੰਨ ਲਓ ਮੈਂ ਗਿਆ 1000 ਮੀਟਰ, ਠੀਕ ਹੈ, ਕਿੰਨੇ ਟਾਈਮ ਦੇ ਵਿੱਚ? 20 ਸੈਕਿੰਡ ਦੇ ਵਿੱਚ। ਹੁਣ ਆਪਣੇ ਕੋਲ ਕੀ ਆ ਜਾਊਗਾ? ਇਹ ਆ ਗਿਆ ਆਪਣੇ ਕੋਲੇ 50 ਮੀਟਰ ਜਾਣਾ ਪਿਆ ਮੈਂ 1 ਸੈਕਿੰਡ ਦੇ ਵਿੱਚ। ਸਿਰਫ ਇਹ ਕਹਿ ਲਓ ਸਮਝਾਉਣ ਵਾਸਤੇ ਦੱਸੀ ਹੈ ਨਾ, ਮੈਨੂੰ ਪਤਾ ਪੋਸੀਬਲ ਨਹੀਂ ਹੈ ਕਿ 1 ਸੈਕਿੰਡ ਦੇ ਵਿੱਚ 50 ਮੀਟਰ, ਤਾਂ ਫਿਰ ਸਮਝਾਉਣ ਵਾਸਤੇ ਦੱਸੀ ਹੈ ਨਾ। ਹੁਣ ਕੀ ਹੋ ਗਿਆ ਆਪਣੇ ਕੋਲੇ? ਇੱਕ ਤਾਂ ਆ ਗਈ ਆਪਣੇ ਕੋਲੇ ਐਸਆਈ ਯੂਨਿਟ, ਇੱਕ ਆ ਗਿਆ ਆਪਣੇ ਕੋਲੇ ਫਾਰਮੂਲਾ। ਹੁਣ ਇਹਨੂੰ ਐਸ ਨੂੰ, ਸਪੀਡ ਨੂੰ ਕਿਵੇਂ ਲਿਖ ਸਕਦੇ ਆਪਾਂ? ਸਪੀਡ ਨੂੰ ਲਿਖ ਸਕਦੇ ਹਾਂ v ਨਾਲ, v ਇਕੁਅਲ ਟੂ d/t। ਇਹਨਾਂ ਕਲੀਅਰ ਹੋ ਗਿਆ? ਇਹਨੂੰ ਲਿਖ ਸਕਦੇ ਹਾਂ v ਨਾਲ, v ਇਕੁਅਲ ਟੂ d/t। ਤਿੰਨ ਚੀਜ਼ਾਂ ਤੁਹਾਨੂੰ ਮੈਂ ਕਰਾਤੀਆਂ। ਹੁਣ ਆ ਗਈ ਚੌਥੀ ਚੀਜ਼, ਇਹਦੇ ਚ ਲੱਭੀ ਕੀ ਜਾਂਦੀ ਹੈ ਤੁਹਾਨੂੰ? ਇਹਦੇ ਚ ਆਪਾਂ ਨੂੰ ਕੀ ਦੇਈ ਜਾਂਦੇ ਆ? ਡਿਸਟੈਂਸ ਦੇਈ ਜਾਂਦੇ ਆ। ਠੀਕ ਹੈ, ਜਿਹਨੂੰ ਤੁਸੀਂ ਕਹਿੰਦੇ ਦੂਰੀ, ਤੇ ਨਾਲ ਦੇਈ ਜਾਂਦੇ ਸਮਾਂ। ਇੱਕ ਚੀਜ਼ ਮਿਸ ਹੈ। ਠੀਕ ਹੈ, ਇੱਕ ਚੀਜ਼ ਮਿਸ ਹੈ ਇਹਦੇ ਵਿੱਚੋਂ। ਹੁਣ ਦੇਖੋ ਮੈਂ ਗਿਆ ਸੀਗਾ, ਮੰਨ ਕੇ ਚਲੋ 500 ਮੀਟਰ ਗਿਆ ਸੀਗਾ, ਤੁਹਾਨੂੰ ਮੈਂ ਇਹੀ ਦੱਸਿਆ ਨਾ 500 ਮੀਟਰ ਗਿਆ ਸੀਗਾ। ਕਿਹੜੇ ਪਾਸੇ? ਕਿਹੜੇ ਪਾਸੇ ਗਿਆ ਸੀ 500 ਮੀਟਰ? ਦੱਸੋ ਮੈਨੂੰ ਕਿਹੜੇ ਪਾਸੇ ਗਿਆ ਸੀ? ਨਹੀਂ ਪਤਾ। ਹੁਣ ਮੈਂ ਗਿਆ ਸੀ 1000 ਮੀਟਰ, ਕਿਹੜੇ ਪਾਸੇ ਗਿਆ ਸੀ? ਨਹੀਂ ਪਤਾ। ਹੁਣ ਆਪਾਂ ਚਲੋ ਸਪੀਡ ਵੀ ਕੱਢ ਲਈ। ਸਪੀਡ ਇਹਦੀ ਗੱਡੀ ਸੀ 10 ਮੀਟਰ 1 ਸੈਕਿੰਡ 'ਚ ਜਾਈ ਜਾਂਦਾ ਸੀ, ਕਿਹੜੇ ਪਾਸੇ ਜਾਈ ਜਾਂਦਾ ਸੀ? ਨਹੀਂ ਪਤਾ। ਹੁਣ ਇਹਦੀ ਗੱਡੀ ਸੀ 50 ਮੀਟਰ ਸੈਕਿੰਡ, ਹੁਣ ਮੈਂ ਕਿਹੜੇ ਪਾਸੇ 50 ਮੀਟਰ ਜਾਈ ਜਾਂਦਾ ਸੀ 1 ਸੈਕਿੰਡ ਦੇ ਵਿੱਚ? ਇਹ ਵੀ ਨਹੀਂ ਪਤਾ। ਠੀਕ ਹੈ, ਸਪੀਡ ਕੀ ਦੱਸਦੀ ਹੈ? ਸਪੀਡ ਸਿਰਫ ਆਪਾਂ ਨੂੰ ਇਹ ਦੱਸਦੀ ਹੈ ਕਿ ਤੁਸੀਂ ਕਿੰਨਾ ਕੁ ਥਾਂ ਕਹਿ ਲਓ ਕਵਰ ਕਰ ਲਿਆ, ਜਾਂ ਕਿੰਨਾ ਕੁ ਪਾਥ ਹੈ ਜਿਹੜਾ ਕਵਰ ਕਰ ਚੁੱਕੇ ਆ। ਠੀਕ ਹੈ, ਮੈਂ ਪਾਥ ਕਵਰ ਕਰ ਲਿਆ 500 ਮੀਟਰ, ਇਹ ਉਹਨੇ ਦੱਸਤਾ। ਠੀਕ ਹੈ, ਉਹਨੇ ਇਹ ਵੀ ਦੱਸਤਾ ਕਿ ਕਿੰਨੇ ਟਾਈਮ 'ਚ ਕਰ ਲਿਆ। ਠੀਕ ਹੈ, ਉਹਨੇ ਦੱਸਤਾ 50 ਸੈਕਿੰਡ 'ਚ ਕਰ ਲਿਆ, ਚਲੋ ਇਹ ਵੀ ਦੱਸਤਾ। ਪਰ ਉਹ ਇਹ ਨਹੀਂ ਦੱਸਦੀ ਪਈ ਸਪੀਡ ਕਿ ਤੁਸੀਂ ਕਿਹੜੇ ਪਾਸੇ ਗਏ ਆ, ਜਲੰਧਰ ਗਏ ਆ, ਮਾਨਸਾ ਗਏ ਆ, ਲੁਧਿਆਣਾ ਗਏ ਆ। ਉਹਨੇ ਇਹ ਦੱਸਣਾ ਹੀ ਨਹੀਂ, ਉਹਨੇ ਸਿਰਫ ਇਹ ਦੱਸਣਾ ਕਿ ਤੁਸੀਂ ਕਿੰਨੀ ਤੇਜ਼ ਗਏ ਆ। ਠੀਕ ਹੈ, ਸਿਰਫ ਇਹ ਦੱਸੂਗੀ ਸਪੀਡ, ਕਿੰਨੀ ਤੇਜ਼ ਗਏ ਆ ਤੇ ਕਿੰਨੀ ਹੌਲੀ ਗਏ ਆ। ਦੋ ਚੀਜ਼ਾਂ ਦੱਸੂਗੀ, ਇਸ ਤੋਂ ਇਲਾਵਾ ਉਹਨੇ ਕੁਝ ਨਹੀਂ ਦੱਸਣਾ। ਠੀਕ ਹੈ, ਇੱਥੋਂ ਇੱਕ ਹੋਰ ਚੀਜ਼ ਆਪਣੇ ਕੋਲ ਨਿਕਲ ਕੇ ਆਉਂਦੀ ਹੈ ਕਿ ਇਹਦਾ ਕੀ ਆਪਣੇ ਕੋਲ ਇਕੱਲਾ ਮੈਗਨੀਟਿਊਡ ਹੁੰਦਾ। ਮੈਗਨੀਟਿਊਡ ਹੁੰਦਾ, ਠੀਕ ਹੈ, ਜਿਹਨੂੰ ਤੁਸੀਂ ਪਰਿਮਾਣ ਪੰਜਾਬੀ ਦੇ ਵਿੱਚ ਕਹਿ ਦਿੰਦੇ ਆਪਾਂ। ਠੀਕ ਹੈ, ਤਾਂ ਮਤਲਬ ਜੇ ਇਕੱਲਾ ਪਰਿਮਾਣ ਹੋਵੇ ਆਪਾਂ ਉਹਨੂੰ ਕੀ ਕਹਿੰਦੇ ਆ? ਉਹਨੂੰ ਆਪਾਂ ਕਹਿੰਦੇ ਆ ਸਕੇਲਰ ਕੁਆਂਟੀਟੀ। ਸਿੰਗਲ, ਐਸ ਤੋਂ ਕਿਹਾ ਸੀ ਨਾ, ਯਾਦ ਰੱਖ ਲਿਓ, ਸਿੰਗਲ ਕੁਆਂਟੀਟੀ। ਠੀਕ ਹੈ, ਸਕੇਲਰ ਕੁਆਂਟੀਟੀ। ਚਾਰ ਚੀਜ਼ਾਂ, ਬਸ ਇਹੀ ਚਾਰ ਚੀਜ਼ਾਂ ਯਾਦ ਰੱਖਣੀਆਂ। ਦੁਬਾਰਾ ਫਿਰ ਸੁਣ ਲਓ। ਸਪੀਡ ਦਾ ਫਾਰਮੂਲਾ ਕੀ ਹੈ? d/t, ਦੂਰੀ ਬਟਾ ਸਮਾਂ। ਠੀਕ ਹੈ, ਡਿਸਟੈਂਸ ਅਪਨ ਟਾਈਮ ਜਿਹਨੂੰ ਕਹਿ ਦਿੰਦੇ ਆ। ਐਸਆਈ ਯੂਨਿਟ ਕੀ ਹੈ? ਮੀਟਰ ਪ੍ਰਤੀ ਸੈਕਿੰਡ। ਉਸ ਤੋਂ ਬਾਅਦ ਕੀ ਹੈ ਆਪਣੇ ਕੋਲੇ? ਇੱਕ ਚੀਜ਼ ਹੋਰ ਡਾਊਟ ਕਲੀਅਰ ਕਰਦਾ ਤੁਹਾਡਾ ਮੈਂ, ਕਈ ਜਗ੍ਹਾ ਤੇ ਨਾ ms-1 ਲਿਖਿਆ ਹੁੰਦਾ। ਠੀਕ ਹੈ, ਇਹ ਵੀ ਸਹੀ ਹੈ। ਕਿਉਂ? ਕਿਉਂਕਿ ਜਦੋਂ m/s ਨੂੰ ਤੁਸੀਂ s ਨੂੰ ਉੱਪਰ ਲੈ ਕੇ ਆਓਗੇ ਤਾਂ ਉਦੋਂ ਇਹਦੀ ਪਾਵਰ ਕੀ ਹੋ ਜਾਊਗੀ? ਮਾਈਨਸ ਵਿੱਚ ਹੋ ਜਾਊਗੀ। ਬਾਕੀ ਇੰਨਾ ਵੈਸੇ ਤਾਂ ਇੰਨਾ ਕਿ ਤੁਹਾਨੂੰ ਮਾੜਾ ਮੋਟਾ ਦਾ ਪਤਾ ਹੀ ਹੋਊਗਾ, ਹਨਾ। ਚਲੋ ਹੁਣ ਚੱਲਦੇ ਆਪਾਂ ਵੈਲੋਸਿਟੀ ਤੇ। ਹੁਣ ਸਪੀਡ ਦਾ ਤਾਂ ਪਤਾ ਲੱਗ ਗਿਆ ਕਿ ਸਪੀਡ ਕਹਿੰਦੇ ਜੀ ਮੈਂ ਤਾਂ ਤੁਹਾਨੂੰ ਇਹ ਦੱਸ ਸਕਦੀ ਹਾਂ ਵੀ ਕਿੰਨੇ ਕੁ ਤੇਜ਼ ਹੈ ਤੇ ਕਿੰਨੇ ਕੁ ਹੌਲੀ ਹੈ। ਬਾਕੀ ਜਿਹੜੇ ਕੰਮ ਹੈ ਤੁਸੀਂ ਹੋਰ ਕਿਸੇ ਤੋਂ ਪੁੱਛ ਲਓ। ਚਲੋ ਆਪਾਂ ਹੋਰ ਕਿਸੇ ਤੋਂ ਪੁੱਛ ਲੈਂਦੇ ਹਾਂ, ਆਪਾਂ ਇਹਦੇ ਨਾਲ ਜਿੱਦ ਨਹੀਂ ਕਰਨੀ। ਠੀਕ ਹੈ, ਹੁਣ ਆਪਾਂ ਕੀ ਕਰਾਂਗੇ? ਹੁਣ ਆਪਾਂ ਚੱਲਦੇ ਹਾਂ ਵੈਲੋਸਿਟੀ ਕੋਲੇ। ਵੈਲੋਸਿਟੀ ਦੇ ਵਿੱਚ ਆਪਣੇ ਕੋਲ ਕੀ ਆਊਗਾ ਕਿ ਮੰਨ ਕੇ ਚੱਲੋ ਵੈਲੋਸਿਟੀ ਦੇ ਵਿੱਚ ਇੱਕ ਹੋਰ ਐਗਜ਼ਾਮਪਲ ਦਿੰਦਾ ਤੁਹਾਨੂੰ ਮੈਂ। ਆਪਣੇ ਕੋਲ ਆ ਗਿਆ A ਪੁਆਇੰਟ, ਇਹ ਐਗਜ਼ਾਮਪਲ ਦਾ ਆਪਣੀ ਕਦੋਂ ਤੋਂ ਚਲਦੀ ਆਉਂਦੀ ਹੈ। ਇੱਕ ਆ ਗਿਆ B ਪੁਆਇੰਟ ਤੇ ਇੱਕ ਆ ਗਿਆ ਆਪਣੇ ਕੋਲੇ
ਸੀ ਪੁਆਇੰਟ। ਇਹ ਸਭ ਤੋਂ ਸੌਖੀ ਐਗਜ਼ਾਮਪਲ ਹੈ, ਠੀਕ ਹੈ, ਜੇ ਤੁਸੀਂ ਕੁਝ ਸਮਝਣਾ ਤਾਂ। ਹੁਣ ਉਸ ਤੋਂ ਬਾਅਦ ਕੀ ਹੈ, A ਤੋਂ B ਦੀ ਦੂਰੀ ਕਿੰਨੀ ਹੈ ਆਪਣੇ ਕੋਲੇ, ਇਹ ਹੈਗੀ ਹੈ 100 ਮੀਟਰ। B ਤੋਂ C ਦੀ ਦੂਰੀ ਕਿੰਨੀ ਹੈ ਆਪਣੇ ਕੋਲੇ, ਇਹ ਹੈਗੀ ਹੈ ਮੰਨ ਕੇ ਚੱਲੋ 50 ਮੀਟਰ। ਕਲੀਅਰ ਹੈ ਨਾ। ਤੇ ਇਹ ਜਿਹੜੀ 100 A ਤੋਂ B ਦੀ ਦੂਰੀ 100 ਮੀਟਰ ਹੈ, ਜਿਹੜੀ ਮੈਂ ਕਿੰਨੇ ਟਾਈਮ 'ਚ ਤੈਅ ਕੀਤੀ ਹੈ, ਇਹ ਕੀਤੀ ਹੈ ਮੈਂ 20 ਸੈਕਿੰਡ ਦੇ ਵਿੱਚ। ਜਿਹੜੀ ਇਹ ਵਾਲੀ ਹੈ ਇਹ ਮੈਂ ਕੀਤੀ ਹੈ 10 ਸੈਕਿੰਡ 'ਚ। ਸਮਝ ਲੱਗ ਰਹੀ ਹੈ? ਧਿਆਨ ਨਾਲ ਦੇਖਣਾ, ਬਸ ਤੁਹਾਨੂੰ ਵੈਲੋਸਿਟੀ ਵੀ ਕਲੀਅਰ ਕਰਾ ਦੂੰਗਾ ਮੈਂ ਹੁਣ। A ਤੋਂ B ਦੀ ਦੂਰੀ ਹੈ 100 ਮੀਟਰ, B ਤੋਂ C ਦੀ ਹੈ 50 ਮੀਟਰ। A ਤੋਂ B ਦੀ ਦੂਰੀ ਮੈਂ ਤੈਅ ਕੀਤੀ ਹੈ 20 ਸੈਕਿੰਡ 'ਚ, ਤੇ B ਤੋਂ C ਦੀ ਕੀਤੀ ਹੈ ਮੈਂ 10 ਸੈਕਿੰਡ 'ਚ। ਹੁਣ ਮੈਨੂੰ ਸਭ ਤੋਂ ਪਹਿਲਾਂ ਇਹ ਪੁੱਛਣਗੇ ਕਿ ਤੁਸੀਂ ਜੀ ਸਪੀਡ ਕਿੰਨੀ ਤੇ ਗਏ ਹੈ, ਠੀਕ ਹੈ, ਕਿੰਨੀ ਸਪੀਡ ਸੀ ਤੁਹਾਡੀ, ਜਾਂ ਕਿੰਨੇ ਸਪੀਡ ਕਿਸ ਹਿਸਾਬ ਨਾਲ ਤੁਸੀਂ ਕਿੰਨੇ ਮੀਟਰ ਕਵਰ ਕੀਤਾ। ਤਾਂ ਪਹਿਲਾਂ ਆਪਾਂ ਦੱਸ ਦਾਂਗੇ ਕਿ 100 ਮੀਟਰ ਮੈਂ ਇੱਕ ਗਿਆ ਤੇ 50 ਮੀਟਰ ਮੈਂ ਇੱਕ ਗਿਆ। ਟਾਈਮ ਸੀ ਆਪਣੇ ਕੋਲੇ 20 ਸੈਕਿੰਡ ਇੱਕ ਕੀਤੇ ਸੀਗੇ ਤੇ 10 ਸੈਕਿੰਡ ਇੱਕ ਕੀਤੇ ਸੀ। ਹੁਣ ਟੋਟਲ ਡਿਸਟੈਂਸ ਕਿੰਨਾ ਸੀ ਆਪਣੇ ਕੋਲੇ, 150 ਤੇ 30 ਸੈਕਿੰਡ ਕੀ ਆਪਣੇ ਕੋਲ ਟਾਈਮ। ਇਹਨੂੰ ਕੱਟ ਕੇ ਕਿੰਨਾ ਆ ਗਿਆ, 5 ਮੀਟਰ 1 ਸੈਕਿੰਡ ਵਿੱਚ ਮੈਂ ਗਿਆ। ਇਹ ਆਪਣੇ ਕੋਲ ਕੀ ਆ ਗਈ, ਇਹ ਤਾਂ ਹੀ ਸਪੀਡ, ਠੀਕ ਹੈ। ਸਰ ਤੁਸੀਂ ਫਿਰ ਸਪੀਡ ਕਰਾਈ ਜਾਂਦੇ ਆ, ਅਸੀਂ ਪੁੱਛਣਾ ਵੈਲੋਸਿਟੀ ਕੀ ਹੈ। ਹੁਣ ਆਪਾਂ ਇਹ ਦੱਸਤਾ ਕਿ ਮੈਂ ਪਹਿਲਾਂ A ਤੋਂ B ਪੁਆਇੰਟ ਤੇ ਭੱਜ ਕੇ ਗਿਆ, B ਤੋਂ C ਤੇ ਗਿਆ, ਪਰ ਮੈਨੂੰ ਇਹ ਨਹੀਂ ਪਤਾ ਸੀ ਮੈਂ ਜਾਣਾ ਕਿੱਧਰ ਹੈ, ਠੀਕ ਹੈ। ਹੁਣ ਮੈਨੂੰ ਪਤਾ ਲੱਗ ਗਿਆ ਕਿ ਮੈਂ ਜਾਣਾ ਕਿੱਥੇ ਹੈ। ਮੈਂ ਜਾਣਾ ਸੀਗਾ C ਪੁਆਇੰਟ ਤੇ, ਇੱਥੇ ਹੀ ਜਾਣਾ ਸੀ ਨਾ। ਹੁਣ ਮੈਂ ਘਰੋਂ ਤੁਰਿਆ ਤੇ ਮੈਂ ਪਹੁੰਚ ਗਿਆ C ਪੁਆਇੰਟ ਤੇ C ਪੁਆਇੰਟ ਦੀ ਦੂਰੀ ਆਪਣੇ ਕੋਲ ਕੀ ਸੀਗੀ, 100 ਮੀਟਰ। A ਤੋਂ ਸਿੱਧਾ C ਤੇ, ਤਾਂ ਉਹ ਕਿੰਨੇ ਟਾਈਮ 'ਚ ਕਰ ਲਈ ਮੈਂ, 20 ਸੈਕਿੰਡ ਦੇ ਵਿੱਚ, ਠੀਕ ਹੈ। ਉਹ ਕਿੰਨੇ ਟਾਈਮ 'ਚ ਕਰ ਲਈ ਮੈਂ, 20 ਸੈਕਿੰਡ ਦੇ ਵਿੱਚ। ਹੁਣ ਆਪਣੇ ਕੋਲ ਕੀ ਆ ਗਿਆ, ਵੈਲੋਸਿਟੀ ਕੀ ਆ ਗਈ, 100 ਮੀਟਰ ਤੁਸੀਂ ਕੀਤੀ ਹੈ ਜੀ 20 ਸੈਕਿੰਡ ਦੇ ਵਿੱਚ। ਵੈਲੋਸਿਟੀ ਆ ਗਈ ਆਪਣੇ ਕੋਲੇ 5 ਮੀਟਰ ਪ੍ਰਤੀ ਸੈਕਿੰਡ, ਠੀਕ ਹੈ। ਵੈਲੋਸਿਟੀ ਕੀ ਆ ਗਈ ਆਪਣੇ ਕੋਲੇ, 5 ਮੀਟਰ ਪ੍ਰਤੀ ਸੈਕਿੰਡ। ਹੁਣ ਇਹਦੇ ਵਿੱਚ ਕੀ ਪਤਾ ਲੱਗਿਆ ਤੁਹਾਨੂੰ, ਇਹਦੇ ਵਿੱਚ ਆਪਾਂ ਨੂੰ ਇਹ ਪਤਾ ਲੱਗਿਆ ਕਿ ਡਿਸਪਲੇਸ ਪਲਾਂ ਦੀ ਆਨਸਰ ਸੇਮ ਆ ਗਏ, ਠੀਕ ਹੈ। ਹੁਣ ਇਹ ਨਾ ਸੋਚੀ ਚੱਲਿਓ ਕਿ ਆਨਸਰ ਸੇਮ ਆ ਗਏ। ਹੁਣ ਦੇਖੋ ਇਹਦੇ ਚ ਆਪਾਂ ਨੂੰ ਇਹ ਚੀਜ਼ ਪਤਾ ਲੱਗੀ ਹੈ ਕਿ ਜਿਹੜੀ ਤਾਂ ਹੁੰਦੀ ਹੈ ਵੈਲੋਸਿਟੀ, ਠੀਕ ਹੈ, ਅਗਲੀ ਸ਼ੀਟ ਤੇ ਕਰ ਦਿੰਦਾ ਮੈਂ। ਜਿਹੜੀ ਹੁੰਦੀ ਹੈ ਵੈਲੋਸਿਟੀ ਉਹ ਕੀ ਹੁੰਦੀ ਹੈ, ਉਹ ਹੁੰਦੀ ਹੈ ਡਿਸਪਲੇਸਮੈਂਟ। ਡਿਸਪਲੇਸਮੈਂਟ ਪਤਾ ਨਾ ਸਭ ਨੂੰ ਕੀ ਹੁੰਦੀ ਹੈ, ਡਿਸਪਲੇਸਮੈਂਟ ਹੁੰਦੀ ਹੈ ਕਿ ਸਭ ਤੋਂ ਛੋਟਾ ਪਾਥ, ਜਿਹੜਾ ਸ਼ਾਰਟਕਟ ਰਸਤਾ, ਠੀਕ ਹੈ, ਜਿਹੜਾ ਆਪਾਂ ਸਿੱਧਾ A ਤੋਂ C ਤੇ ਪਹੁੰਚ ਗਏ ਸੀਗੇ, ਹੁਣ ਸ਼ਾਰਟਕਟ, ਠੀਕ ਹੈ। ਤੇ ਥੱਲੇ ਕੀ ਲਿਖਿਆ ਸੀ ਆਪਾਂ, ਇਹਦੇ ਥੱਲੇ ਲਿਖਿਆ ਸੀ ਟਾਈਮ, ਇਹਨੂੰ ਕਹਿੰਦੇ ਵੈਲੋਸਿਟੀ। ਆਪਾਂ ਸ਼ਾਰਟਕਟ ਕਿੰਨਾ ਤੈਅ ਕੀਤਾ ਸੀ, 100 ਮੀਟਰ, ਤੇ ਉਸ ਤੋਂ ਬਾਅਦ ਟਾਈਮ ਕਿੰਨਾ ਲੱਗਿਆ ਸੀ ਆਪਾਂ ਨੂੰ, 20 ਸੈਕਿੰਡ। ਇਹਨੂੰ ਕੱਟ ਕੇ ਕਿੰਨਾ ਆ ਗਿਆ ਸੀ ਆਪਣੇ ਕੋਲੇ, 5 ਮੀਟਰ 1 ਸੈਕਿੰਡ ਵਿੱਚ ਆਪਾਂ ਤੈਅ ਕੀਤੀ ਹੈ, ਠੀਕ ਹੈ। ਪਰ ਆਪਾਂ ਨੂੰ ਇਹਦੇ ਵਿੱਚ ਇੱਕ ਖਾਸ ਚੀਜ਼ ਦਾ ਪਤਾ ਹੈ ਕਿ ਆਪਾਂ ਕਿੱਥੋਂ ਤੱਕ ਦੂਰੀ ਤੈਅ ਕੀਤੀ ਹੈ, C ਤੱਕ। ਮਤਲਬ ਆਪਣੇ ਕੋਲ ਇੱਥੇ ਕੀ ਸੀਗੀ, ਡਾਇਰੈਕਸ਼ਨ ਵੀ ਹੈਗੀ ਸੀ। ਕਿਉਂਕਿ ਇੱਕ ਚੀਜ਼ ਦੀ ਇਹਦੇ ਵਿੱਚ ਖਾਸੀਅਤ ਕੀ ਹੈ, ਡਿਸਪਲੇਸਮੈਂਟ ਕੋਲ ਕੀ ਹੁੰਦਾ, ਡਿਸਪਲੇਸਮੈਂਟ ਕੋਲ ਹੁੰਦਾ ਇਨੀਸ਼ੀਅਲ ਪੁਆਇੰਟ, ਦੱਸਿਆ ਸੀ ਨਾ ਮੈਂ, ਇਨੀਸ਼ੀਅਲ ਪੁਆਇੰਟ ਹੁੰਦਾ ਤੇ ਫਾਈਨਲ ਪੁਆਇੰਟ ਹੁੰਦਾ, ਠੀਕ ਹੈ। ਇਨੀਸ਼ੀਅਲ ਪੁਆਇੰਟ ਹੁੰਦਾ ਤੇ ਫਾਈਨਲ ਪੁਆਇੰਟ ਹੁੰਦਾ, ਉਹਨੂੰ ਕਹਿੰਦੇ ਡਿਸਪਲੇਸਮੈਂਟ। ਹੁਣ ਕਲੀਅਰ ਹੋ ਗਿਆ ਕਿ ਵੈਲੋਸਿਟੀ ਕਿਹਨੂੰ ਕਹਿੰਦੇ, ਡਿਸਪਲੇਸਮੈਂਟ ਅਪਨ ਟਾਈਮ। ਹੁਣ ਇਹਦੀ ਐਸਆਈ ਯੂਨਿਟ ਕੀ ਹੈ, ਇਹਦੀ ਵੀ ਕੀ ਹੈ, ਮੀਟਰ ਪ੍ਰਤੀ ਸੈਕਿੰਡ। ਹੁਣ ਇੱਕ ਚੀਜ਼ ਇੱਥੇ ਚੇਂਜ ਹੁੰਦੀ ਹੈ ਕਿ ਇਹਦੇ ਕੋਲ ਕੀ ਆ ਗਿਆ, ਟਾਈਮ ਆ ਗਿਆ, ਡਿਸਟੈਂਸ ਆ ਗਿਆ, ਤੇ ਆਪਣੇ ਕੋਲ ਕੀ ਆ ਗਿਆ, ਡਾਇਰੈਕਸ਼ਨ ਵੀ ਆ ਗਿਆ, ਠੀਕ ਹੈ। ਇਹਦੇ ਕੋਲ ਵਾਵਾ ਸਾਰੀਆਂ ਚੀਜ਼ਾਂ ਨਾ, ਤੇ ਇਹ ਕਿਹੜੀ ਹੋ ਗਈ, ਵੈਕਟਰ ਕੁਆਂਟੀਟੀ। ਹੁਣ ਇਸ ਤੋਂ ਇਲਾਵਾ ਹੋਰ ਕੁਝ ਫਾਰਮੂਲਾ, ਜੇ ਇਹਨੂੰ ਕਾਦੇ ਨਾਲ ਆਪਾਂ ਡਿਨੋਟ ਕਰਦੇ ਆ, ਇਹਨੂੰ ਆਪਾਂ ਲਿਖਦੇ ਆ V ਨਾਲ। ਹੁਣ ਸਰ ਉਹਨੂੰ ਵੀ V ਨਾਲ ਲਿਖਦੇ ਸੀ, ਪਰ ਇਹਦੇ ਉੱਪਰ ਸਪੈਸ਼ਲ ਇੱਕ ਐਰੋ ਲੱਗਿਆ ਹੋਊ। ਐਰੋ ਦਾ ਮਤਲਬ ਕੀ ਹੈ, ਵੈਕਟਰ ਕੁਆਂਟੀਟੀ ਹੈ, ਠੀਕ ਹੈ। ਤੇ ਉੱਪਰ ਕੀ ਹੈ, ਡਿਸਪਲੇਸਮੈਂਟ ਨੂੰ ਆਪਾਂ ਕਾਦੇ ਨਾਲ ਡਿਨੋਟ ਕਰਦੇ ਆ, ਡਿਸਪਲੇਸਮੈਂਟ ਨੂੰ ਕਰਦੇ ਆ S ਨਾਲ, ਤੇ S ਦੇ ਉੱਪਰ ਵੀ ਕੀ ਲੱਗਿਆ ਹੋਊਗਾ, ਐਰੋ, ਠੀਕ ਹੈ। ਤੇ ਥੱਲੇ ਟਾਈਮ ਤਾਂ ਉਵੇਂ ਹੀ ਆਪਣੇ ਕੋਲੇ। ਇਹ ਇਹਨਾਂ ਫਾਰਮੂਲਾ ਵੈਲੋਸਿਟੀ ਦਾ, ਠੀਕ ਹੈ। ਇਹ ਐਰੋ ਤਾਂ ਲਾਈ ਜਾਂਦਾ, ਇੱਕ ਤਾਂ ਤੁਹਾਨੂੰ ਇਹ ਪਤਾ ਲੱਗੂ ਕਿ ਇਹ ਵੈਕਟਰ ਕੁਆਂਟੀਟੀ ਹੈ। ਜੇ ਐਗਜ਼ਾਮ ਦੇ ਵਿੱਚ ਐਂ ਲੱਗਿਆ ਗਿਆ ਨਾ ਕਿ ਇਹਦੇ ਵਿੱਚੋਂ ਸਹੀ ਚੁਣੋ, ਬਹੁਤ ਬੱਚਿਆਂ ਨੇ ਕੀ ਕਰਕੇ ਆਉਣਾ ਹੈ ਕਿ ਇਹਦੇ ਵਿੱਚ ਮਿਸਟੇਕ ਕਰਿਆ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ, ਠੀਕ ਹੈ। ਤਾਂ ਮੈਂ ਨਾਲ ਐਰੋ ਲਾ ਕੇ ਦੱਸੀ ਹੈ ਨਾ। ਆਪਣੇ ਕੋਲ A ਆਪਸ਼ਨ ਸਹੀ ਹੈ ਇਹਦੀ। ਹੁਣ ਸਪੀਡ ਵੀ ਤੁਹਾਨੂੰ ਮੈਂ ਦੱਸਤੀ ਤੇ ਵੈਲੋਸਿਟੀ ਵੀ ਦੱਸਤੀ। ਹੁਣ ਚੱਲਦੇ ਹਾਂ ਅੱਗੇ, ਠੀਕ ਹੈ। ਹੁਣ ਆਜੋ ਇਹਨਾਂ ਦੀ ਐਵਰੇਜ ਤੇ। ਐਵਰੇਜ ਕਿਵੇਂ ਕੱਢਣੀ ਹੈ ਆਪਾਂ, ਪਹਿਲਾਂ ਕੱਢਾਂਗੇ ਐਵਰੇਜ ਸਪੀਡ, ਠੀਕ ਹੈ। ਐਵਰੇਜ ਸਪੀਡ, ਐਵਰੇਜ ਸਪੀਡ ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲੇ। ਫਾਰਮੂਲੇ ਤੋਂ ਜਾਣ ਤੋਂ ਪਹਿਲਾਂ ਆਪਾਂ ਕਰਦੇ ਹਾਂ ਕੁਝ
ਜਿਹੜਾ ਐਗਜ਼ਾਮਪਲ, ਠੀਕ ਹੈ। ਮੰਨ ਲਓ ਮੈਂ ਗਿਆ A ਪੁਆਇੰਟ ਤੋਂ ਸ਼ੁਰੂ ਕੀਤਾ, A ਤੋਂ ਗਿਆ, ਮੰਨ ਕੇ ਚਲੋ D1 ਤੇ ਡਿਸਟੈਂਸ ਲੈਂਦੇ ਆ ਨਾ ਆਪਾਂ, D1, ਤੇ ਉਸ ਤੋਂ ਬਾਅਦ A ਤੋਂ B, B ਤੋਂ C ਤੇ ਗਿਆ, D2, C ਤੋਂ D ਤੇ ਗਿਆ, D3। ਇੰਨਾ ਕਲੀਅਰ ਹੋ ਗਿਆ ਕਿ ਮੈਂ ਕਿਹੜੇ ਕਿਹੜੇ ਪੁਆਇੰਟ ਤੇ ਗਿਆ। D3 ਦਾ ਆਪਣੇ ਕੋਲ ਕਿੰਨਾ 50, ਇਹ ਕਿੰਨਾ 20 ਹੈ, ਇਹ ਕਿੰਨਾ 30 ਹੈ। ਚਲੋ ਐ ਲਿਖ ਲਓ, ਠੀਕ ਹੈ, ਭੁੱਲ ਨਾ ਜਾਇਓ। ਹੁਣ ਦੇਖੋ ਥੱਲੇ ਕੀ ਹੈ, ਟਾਈਮ T1, T2 ਤੇ T3। ਟਾਈਮ ਪਹਿਲੇ ਤੇ ਕਿੰਨਾ ਲੱਗਿਆ ਆਪਣੇ ਕੋਲੇ, ਪਹਿਲੇ ਤੇ ਲੱਗਿਆ 25, ਦੂਸਰੇ ਤੇ ਕਿੰਨਾ ਲੱਗਿਆ 10, ਤੀਸਰੇ ਤੇ ਲੱਗਿਆ 15। ਹੁਣ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਜੀ ਇਹ ਦੱਸੋ ਐਵਰੇਜ ਸਪੀਡ ਕੀ ਹੈ। ਐਵਰੇਜ ਦਾ ਮਤਲਬ ਕੀ ਹੁੰਦਾ, ਇੱਕ ਮੋਟਾ ਜਿਹਾ ਹਿਸਾਬ ਲਾ ਲੈਣਾ, ਠੀਕ ਹੈ। ਭਲਾਂ ਦੀ ਉਹ ਲਾਓ ਫਾਰਮੂਲੇ ਨਾਲ, ਭਲਾਂ ਦੀ ਲਾਓ ਉਹ ਕਿੰਨੇ ਨਾਲ, ਇੱਕ ਅੰਦਾਜ਼ੇ ਨਾਲ। ਹੁਣ ਜੇ ਮੈਂ ਤੁਹਾਨੂੰ ਕਹਿਦਾ ਕਿ ਆਪਣੇ ਕੋਲ ਕੀ ਹੈ, 10 ਬੱਚਿਆਂ ਦੇ ਆਏ ਆ 100 ਨੰਬਰ, ਤੇ 20 ਬੱਚਿਆਂ ਦੇ ਆਏ ਆ ਆਪਣੇ ਕੋਲੇ 80 ਨੰਬਰ, ਤੇ 30 ਬੱਚਿਆਂ ਦੇ ਆਏ ਆ ਆਪਣੇ ਕੋਲੇ 60 ਨੰਬਰ, ਠੀਕ ਹੈ। ਹੁਣ ਮੈਂ ਤੁਹਾਨੂੰ ਪੁੱਛਾਂ, ਜੇ ਤੁਸੀਂ ਮੈਨੂੰ ਕੋਈ ਪੁੱਛੂਗਾ ਕਿ ਤੁਹਾਡੇ ਕਿੰਨੇ ਕੁ ਬੱਚੇ ਸੀ, ਮੈਂ ਕਹੂੰਗਾ ਜੀ 60 ਕੁ ਬੱਚੇ ਸੀਗੇ, ਠੀਕ ਹੈ। ਫਿਰ ਉਹ ਪੁੱਛਣਗੇ ਕਿ ਕਿੰਨੇ ਕੁ ਉਹਨਾਂ ਦੇ ਐਵਰੇਜ ਨੰਬਰ ਆ ਗਏ ਹੈਗੇ, ਫਿਰ ਮੈਂ ਸੋਚ ਕੇ ਅੰਦਾਜ਼ੇ ਦੇ ਨਾਲ ਕਹਿ ਦੂੰਗਾ ਜੀ ਉਹਨਾਂ ਦੇ ਤਾਂ ਮੰਨ ਕੇ ਚਲੋ 70 ਤੋਂ 80 ਦੇ ਵਿੱਚ ਸਾਰਿਆਂ ਦੇ ਨੰਬਰ ਆਏ ਆ, ਠੀਕ ਹੈ। ਉਹ ਆਪਾਂ ਇੱਕ ਕੱਢਤੀ ਐਵਰੇਜ, ਉਹ ਭਲਾ ਦੀ ਸੋਚ ਨਾ ਕੱਢੀਏ। ਹੁਣ ਆਪਾਂ ਲੈਣਾ ਇੱਕ ਫਾਰਮੂਲਾ, ਇਹਦੇ ਵਿੱਚ ਫਾਰਮੂਲਾ ਕੀ ਹੁੰਦਾ ਸਪੀਡ, ਐਵਰੇਜ ਸਪੀਡ ਦਾ ਆਪਣੇ ਕੋਲੇ ਉਹ ਹੁੰਦਾ ਟੋਟਲ ਡਿਸਟੈਂਸ ਆਪਣੇ ਕੋਲ ਨਾਲ ਉਹਦੇ ਥੱਲੇ ਕੀ ਆਊਗਾ, ਫਿਰ ਟੋਟਲ ਟਾਈਮ। ਨਾਲ ਇਹ ਵੀ ਲਿਖ ਸਕਦੇ ਹੋ, ਕਈ ਵਾਰ ਲਿਖਿਆ ਆ ਜਾਂਦਾ ਟੋਟਲ ਡਿਸਟੈਂਸ ਕਵਰਡ, ਠੀਕ ਹੈ, ਤੇ ਟੋਟਲ ਟਾਈਮ ਟੇਕਨ, ਕਿ ਕਿੰਨਾ ਟਾਈਮ ਲਿਆ ਤੇ ਕਿੰਨਾ ਉਹਨੇ ਡਿਸਟੈਂਸ ਕਵਰ ਕੀਤਾ। ਹੁਣ ਆਪਾਂ ਇਹਨਾਂ ਨੂੰ ਸਾਰੀਆਂ ਵੈਲਿਊ ਪੁੱਟ ਕਰ ਦੇਣੀਆਂ। ਡਿਸਟੈਂਸ ਕਿੰਨਾ ਕਵਰ ਕੀਤਾ ਆਪਾਂ, 50 ਇੱਕ ਕੀਤਾ, 20 ਇੱਕ ਕੀਤਾ ਤੇ 30 ਇੱਕ ਕੀਤਾ। ਥੱਲੇ ਕੀ ਹੈ ਟਾਈਮ, ਇੱਕ 25 ਲਿਆ, ਇੱਕ 10 ਸੈਕਿੰਡ ਲੱਗੇ ਤੇ ਇੱਕ 15 ਸੈਕਿੰਡ ਲੱਗੇ। ਇਹਨਾਂ ਸਾਰਿਆਂ ਨੂੰ ਜੋੜ ਦਿਓ, ਉੱਪਰ ਆ ਗਿਆ 100, ਨੀਚੇ ਕਿੰਨਾ ਆ ਗਿਆ ਆਪਣੇ ਕੋਲੇ 50 ਆ ਗਿਆ, ਠੀਕ ਹੈ। ਇਹਨੂੰ ਕੱਟ ਕੇ ਕਿੰਨਾ ਆ ਗਿਆ ਆਪਣੇ ਕੋਲੇ 2 ਮੀਟਰ ਪ੍ਰਤੀ ਸੈਕਿੰਡ ਦੀ ਸਪੀਡ ਆਪਣੀ ਐਵਰੇਜ ਹੈ, ਠੀਕ ਹੈ। ਇਹ ਆ ਗਈ ਆਪਣੇ ਕੋਲੇ ਐਵਰੇਜ ਸਪੀਡ। ਕਲੀਅਰ ਹੋ ਗਿਆ। ਇਹ ਆਪਣੇ ਕੋਲ ਕੀ ਆ ਗਈ, ਐਵਰੇਜ ਸਪੀਡ ਆ ਗਈ ਕੱਟ ਕੇ। ਕੋਈ ਡਾਊਟ ਨਹੀਂ ਰਹਿਣਾ ਚਾਹੀਦਾ ਇੱਥੇ ਕਿਸੇ ਨੂੰ, ਸਿੰਪਲ ਹੀ ਸੀਗਾ ਫੰਡਾ, ਕੁਝ ਵੀ ਇਹਦੇ ਵਿੱਚ ਜ਼ਿਆਦਾ ਜਿਹੜਾ ਲੰਮਾ ਚੌੜਾ ਕੰਮ ਨਹੀਂ ਹੈਗਾ ਸੀ। ਕਿ ਟੋਟਲ ਡਿਸਟੈਂਸ ਕਵਰ ਤੇ ਟੋਟਲ ਟਾਈਮ ਟੇਕਨ ਇਹਦਾ ਐਵਰੇਜ ਸਪੀਡ ਦਾ ਆਪਣੇ ਕੋਲੇ ਫਾਰਮੂਲਾ, ਠੀਕ ਹੈ। ਨੂਮੈਰਿਕ ਵੀ ਇੱਕ ਦੋ ਕਰਾ ਦੂੰਗਾ ਤੁਹਾਨੂੰ ਮੈਂ, ਮੇਨ ਜਿਹੜੇ ਹੈਗੇ ਆ ਉਹਦੇ ਵਿੱਚ MCQ ਦੇ ਵਿੱਚ ਜਿਹੜੇ ਆਪਾਂ ਮੌਕ ਟੈਸਟ ਕਰਾਂਗੇ। ਹੁਣ ਆ ਜੋ ਵੈਲੋਸਿਟੀ ਦਾ ਥੋੜਾ ਜਿਹਾ ਡਿਫਰੈਂਸ ਹੈ ਬਸ, ਠੀਕ ਹੈ। ਐਵਰੇਜ ਵੈਲੋਸਿਟੀ ਇਹਦਾ ਥੋੜਾ ਜਿਹਾ ਡਿਫਰੈਂਸ ਹੈ। ਹੁਣ ਕੀ ਕਰਨਾ, ਐਵਰੇਜ ਵੈਲੋਸਿਟੀ ਦੇ ਵਿੱਚ ਫਿਰ ਉਹੀ ਆਪਾਂ ਚੱਲਦੇ ਹਾਂ। ਆਪਣੇ ਕੋਲ ਆ ਗਈ ਵੈਲੋਸਿਟੀ 1, ਵੈਲੋਸਿਟੀ 2 ਤੇ ਵੈਲੋਸਿਟੀ 3 ਤੇ ਵੈਲੋਸਿਟੀ 4। ਚਲੋ 4 ਲੈ ਲੈਂਦੇ ਹਾਂ ਇਹਦੇ ਵਿੱਚ, ਠੀਕ ਹੈ। ਹੁਣ ਕੀ ਕਰਨਾ ਇਹਦੇ ਵਿੱਚ, ਸਿੰਪਲ। ਪਹਿਲੀ ਵੈਲੋਸਿਟੀ ਦੇ ਆਪਾਂ ਨੂੰ ਕਿੰਨਾ ਟਾਈਮ ਲੱਗਿਆ, ਟਾਈਮ ਕਹਿ ਰਹੇ ਪਹਿਲੀ ਵੈਲੋਸਿਟੀ ਕਿੰਨੀ ਸੀ ਆਪਣੇ ਕੋਲੇ 30, ਦੂਜੀ 40, 50 ਤੇ 60। ਧਿਆਨ ਦਿਓ ਮੈਂ ਇੱਥੇ ਕੀ ਕਹਿਣ ਜਾ ਰਿਹਾ ਹਾਂ। ਪਹਿਲੀ ਵੈਲੋਸਿਟੀ ਦਾ ਮਤਲਬ ਕੀ ਹੈ ਆਪਣੇ ਕੋਲੇ, ਕਿ ਆਪਾਂ ਕਿੰਨਾ ਜਿਹੜਾ ਡਿਸਟੈਂਸ ਤੈਅ ਕੀਤਾ ਹੋਇਆ, ਬਸ ਇਹ ਲਾ ਲਓ, ਠੀਕ ਹੈ। 30 ਕਿਲੋਮੀਟਰ, 40, 50 ਤੇ 60। ਕਲੀਅਰ ਹੈ ਨਾ। ਹੁਣ ਆਪਾਂ ਇਹਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲੇ, ਇਹਦਾ ਹੁੰਦਾ ਸਮ ਆਫ ਵੈਲੋਸਿਟੀਜ਼, ਠੀਕ ਹੈ। ਤੁਹਾਨੂੰ ਇੱਕ ਚੀਜ਼ ਦੱਸੂਗਾ ਬਹੁਤ ਵਧੀਆ, ਧਿਆਨ ਰੱਖਿਓ ਬਸ, ਨੰਬਰ ਆਫ ਵੈਲੋਸਿਟੀਜ਼, ਠੀਕ ਹੈ। ਇਹ ਤੁਹਾਡੇ ਬੁੱਕ ਦੇ ਅਕੋਰਡਿੰਗ ਕਰਾ ਰਿਹਾ ਮੈਂ। ਕਈ ਵਾਰੀ ਜਗ੍ਹਾ ਤੇ ਇਹ ਨਾ ਕਹਿ ਦਿਓ ਕਿ ਸਰ ਡਿਫਰੈਂਸ ਦਿੱਤਾ ਹੋਇਆ, ਮੈਂ ਬੁੱਕ ਦੇ ਅਕੋਰਡਿੰਗ ਕਰਾ ਰਿਹਾ, ਤੁਹਾਡੀ ਜਿਹੜੀ ਬੁੱਕ ਤੇ ਦਿੱਤਾ ਹੋਇਆ। ਕਈ ਜਗ੍ਹਾ ਤੇ ਇਹ ਵੀ ਹੈ ਨਾ ਕਿ ਟੋਟਲ ਡਿਸਪਲੇਸਮੈਂਟ ਅਪਨ ਟਾਈਮ ਦਿੱਤਾ ਹੋਇਆ, ਜਿਵੇਂ ਉਹ ਵੈਲੋਸਿਟੀ ਦਾ ਮੈਂ ਪਹਿਲਾਂ ਕਰਾਤਾ ਸੀ, ਉਹ ਸਿੰਪਲ ਚ ਆਪਣੇ ਕੋਲੇ। ਹੁਣ ਦੇਖੋ ਬਸ ਤੁਸੀਂ ਇਹੀ ਯਾਦ ਕਰਨਾ, ਸਮ ਆਫ ਵੈਲੋਸਿਟੀ ਦਾ ਮਤਲਬ ਕੀ ਹੈ, ਕਿ ਸਾਰਿਆਂ ਦਾ ਜੋੜ, V1, V2, V3 ਤੇ V4, ਤੇ ਨੰਬਰ ਕਿੰਨੇ ਵੈਲੋਸਿਟੀ ਦੇ 1 2 3 4 ਉਹ ਨੀਚੇ ਆ ਜਾਣੇ। ਬਸ ਇਹੀ ਡਿਫਰੈਂਸ ਹੈ ਇਹਦੇ ਵਿੱਚ। ਉਹਦੇ ਚ ਕੀ ਸੀਗਾ ਸਪੀਡ ਵਾਲੇ ਚ, ਉਹਦੇ ਚ ਆਪਾਂ ਟਾਈਮ ਸਾਰਾ ਟੋਟਲ ਲੈ ਲੈਂਦੇ ਸੀ ਕਿੰਨਾ, ਇਹਦੇ ਚ ਆਪਾਂ ਲੈਣੀਆਂ ਟੋਟਲ ਕਿੰਨੀਆਂ ਵੈਲੋਸਿਟੀਜ਼ ਆਪਾਂ ਕੀਤੀਆਂ, ਠੀਕ ਹੈ, ਐਵਰੇਜ ਕੱਢਣ ਵਾਸਤੇ। ਤਾਂ V1 ਕਿੰਨਾ ਸੀ ਆਪਣੇ ਕੋਲ 30, 40, 50 ਤੇ 60। ਹੁਣ ਆਪਣੇ ਕੋਲ ਕੀ ਹੈ 4, 6 5 11, 11 4 15, 15 3 18, ਠੀਕ ਹੈ। ਹੁਣ ਕਿੰਨਾ ਆ ਗਿਆ ਆਪਣੇ ਕੋਲ ਕੱਟ ਕੇ, ਚੌਕਮ ਚੌਕੀ 16 ਤੇ 5 ਚੌਕਾ 20, ਇਹ ਕਿੰਨਾ ਆ ਗਿਆ ਮੀਟਰ ਪ੍ਰਤੀ ਸੈਕਿੰਡ ਆਨਸਰ। ਇਹ ਆ ਗਈ ਆਪਣੇ ਕੋਲ ਵੈਲੋਸਿਟੀ। ਕਲੀਅਰ ਹੈ। ਇੱਥੇ ਵੈਲੋਸਿਟੀ ਕੀ ਆ ਗਈ, ਕਿ ਇੱਕ ਵੈਲੋਸਿਟੀ ਦੇ ਵਿੱਚ ਆਪਾਂ ਟੋਟਲ ਡਿਸਟੈਂਸ ਜਿਹੜਾ ਕਵਰ ਕੀਤਾ ਨਾ ਉਹ 45 ਮੀਟਰ ਕੀਤਾ, ਦੂਜੀ ਚ ਵੀ 45, ਤੀਜੀ ਚ ਵੀ 45 ਤੇ
ਚੌਥੀ 'ਚ ਵੀ 45, ਇਹਨਾਂ ਨੂੰ ਜੋੜ ਕੇ ਵੇਖ ਲਿਓ, ਠੀਕ ਹੈ, ਸੇਮ ਆਨਸਰ ਆਊਗਾ ਆਪਣਾ। 45 45 90 45 45 90 90 ਤੇ 90 180, ਇਹ ਐਵਰੇਜ ਕੱਢ ਲਈ ਆਪਾਂ। ਕਲੀਅਰ ਹੋ ਗਿਆ ਹੁਣ? ਕਿਸੇ ਨੂੰ ਕੋਈ ਡਾਊਟ ਤਾਂ ਨਹੀਂ ਰਿਹਾ ਹੁਣ? ਵੈਰੀ ਗੁੱਡ। ਚਲੋ ਹੁਣ ਚੱਲਦੇ ਆਪਾਂ ਅੱਗੇ। ਹੁਣ ਤੁਹਾਨੂੰ ਮੈਂ ਇੱਕ ਚੀਜ਼ ਦੱਸਣ ਲੱਗਿਆ ਬਹੁਤ ਵਧੀਆ, ਜਿੰਦੇ ਵਿੱਚ ਤੁਸੀਂ ਕਨਫਿਊਜ਼ ਹੋਵੋਗੇ, ਠੀਕ ਹੈ, ਬਹੁਤ ਕਨਫਿਊਜ਼ ਹੋਵੋਗੇ ਉਹਦੇ ਵਿੱਚ ਤੁਸੀਂ। ਹੁਣ ਮੈਂ ਤੁਹਾਨੂੰ ਕਰਾਇਆ ਸੀ ਨਾ, ਇਹ ਤੋਂ ਬਾਅਦ ਆਪਾਂ ਐਕਸਲਰੇਸ਼ਨ ਕਰਾਂਗੇ, ਬਸ ਫਿਰ ਤੁਹਾਡਾ ਚੈਪਟਰ ਓਵਰ ਹੈ, ਠੀਕ ਹੈ। ਹੁਣ ਤੁਹਾਨੂੰ ਮੈਂ ਇੱਕ ਚੀਜ਼ ਕਰਾਈ ਸੀ, ਧਿਆਨ ਰੱਖਿਓ। ਚਲੋ ਹੁਣ ਆਪਾਂ ਕੀਤਾ ਸੀ ਸਪੀਡ, ਇੱਕ ਕੀਤੀ ਸੀ ਵੈਲੋਸਿਟੀ। ਧਿਆਨ ਰੱਖਿਓ, ਬਸ ਥੋੜਾ ਜਿਹਾ ਧਿਆਨ ਦੇਣ ਵਾਲੀ ਗੱਲ ਹੈ। ਬਹੁਤ ਵਧੀਆ ਕੰਸੈਪਟ ਕਲੀਅਰ ਕਰਾਉਂਗਾ। ਇਹੋ ਜਿਹਾ ਹੀ ਐਮਸੀਕਿਊ ਇੱਕ ਜੇ ਮੰਨ ਲਓ ਨਿਊਮੈਰਿਕ ਆਇਆ ਤਾਂ ਇਹੀ ਪਿਆ ਹੋਊਗਾ। ਹੁਣ ਦੇਖੋ, ਆਪਾਂ ਬਾਈਕ ਰੇਸ ਤੇ ਜਾਂਦੇ ਆ ਨਾ, ਬਾਈਕ ਰੇਸ ਮੰਨ ਕੇ ਚਲੋ ਆ ਆਪਣੇ ਕੋ ਪਾਥ ਬਣਿਆ ਹੈ, ਆ ਬਣਿਆ ਪਾਥ, ਠੀਕ ਹੈ। ਇਹ ਆਪਣੇ ਕੋਲੇ ਬਾਈਕ ਰੇਸ ਟਰੈਕ, ਬਾਈਕ ਰੇਸ ਰੇਸਿੰਗ ਵੀ ਕਹਿ ਦਿੰਦੇ ਹੋ ਨਾ ਤੁਸੀਂ, ਰੇਸਿੰਗ ਟਰੈਕ, ਜੋ ਤੁਹਾਡਾ ਜੀ ਕਰਦਾ, ਬਸ ਤੁਸੀਂ ਸਮਝਣਾ, ਗਲਤੀਆਂ ਨਹੀਂ ਕੱਢਣੀਆਂ, ਤੁਸੀਂ ਸਿਰਫ ਸਮਝਣਾ। ਮੋਟਰਸਾਈਕਲਾਂ ਨੂੰ ਭਜਾਉਣ ਵਾਲਾ ਮੈਦਾਨ ਪੰਜਾਬੀ ਚ, ਠੀਕ ਹੈ। ਹੁਣ ਦੇਖੋ ਇੱਥੇ ਆਪਣੇ ਤੋਂ ਕੀ ਪੁੱਛਿਆ ਗਿਆ, ਕੁਛ ਐਵਰੇਜ ਨਹੀਂ, ਕੁਛ ਜਿਹੜੀ ਐਵਰੇਜ ਨਹੀਂ ਕੱਢਣੀ, ਆਪਾਂ ਸਿੰਪਲ ਮੈਂ ਗੱਲ ਕਰੂੰਗਾ ਸਪੀਡ ਤੇ ਵੈਲੋਸਿਟੀ ਦੀ, ਚਾਲ ਤੇ ਵੇਗ ਦੀ ਗੱਲ ਕਰੂੰਗਾ ਇੱਥੇ, ਠੀਕ ਹੈ। ਹੁਣ ਦੇਖੋ, ਹੁਣ ਆ ਆਪਣਾ ਸਟਾਰਟਿੰਗ ਪੁਆਇੰਟ, ਠੀਕ ਹੈ, ਆ ਹੈਗਾ A ਪੁਆਇੰਟ। ਪੂਰੇ ਗਰਾਊਂਡ ਦੀ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਕਿ 400 ਮੀਟਰ ਘੇਰਾ ਹੈ, ਠੀਕ ਹੈ। ਇਸ ਗਰਾਊਂਡ ਦਾ ਪੂਰਾ ਆਪਣੇ ਕੋਲ ਮੰਨ ਕੇ ਚੱਲੋ, ਇੰਨਾ ਮੰਨ ਕੇ ਚੱਲਦੇ ਆਪਾਂ 500 ਮੀਟਰ, ਠੀਕ ਹੈ। ਪੂਰਾ ਇੱਕ ਚੱਕਰ ਹੈ 500 ਮੀਟਰ ਦਾ। ਹੁਣ ਦੇਖੋ ਮੋਟਰਸਾਈਕਲ ਦੋ ਜਣਿਆਂ ਨੇ ਰੇਸ ਲਾਈ, ਲੈਪ ਸਮਝਦੇ ਹੋ ਨਾ ਕਿ ਇੱਕ ਚੱਕਰ ਨੂੰ ਕਹਿ ਦਿੰਦੇ ਆ ਮੰਨ ਕੇ ਚਲੋ, ਚਲੋ ਲੈਪ ਛੱਡੋ, ਤੁਸੀਂ ਇੱਕ ਚੱਕਰ ਹੀ ਲਾ ਲਓ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਲਾਈ 5 ਚੱਕਰ, 5 ਚੱਕਰ ਲਾਏ। ਜਿਨ੍ਹਾਂ ਨੇ ਮੋਟਰਸਾਈਕਲਾਂ ਨੇ, ਬਾਈਕਸ ਨੇ, ਦੋਨੋਂ ਰੇਸ ਲਾਈ ਜਾਂਦੇ ਸੀ ਨਾ ਆਪਸ ਚ, ਇੱਕ ਜਣਾ ਇਧਰੋਂ ਚੱਲਿਆ, ਠੀਕ ਹੈ, ਇੱਕ ਜਣਾ ਆਪਣਾ ਆਇਆ ਚੱਲਿਆ। ਉਹਨਾਂ ਨੇ ਦੋਨਾਂ ਨੇ 5 ਚੱਕਰ ਲਾਏ ਇਸ ਗਰਾਊਂਡ ਦੇ। ਕੁਐਸਚਨ ਦੱਸੀ ਜਾਂਦਾ ਮੈਂ ਕਿ ਬਾਈਕ ਰੇਸਰਾਂ ਨੇ ਟੋਟਲ ਗਰਾਊਂਡ ਦੀ ਜਿਹੜੀ ਆਪਣੇ ਕੋਲੇ ਹੈਗੀ ਹੈ ਮੰਨ ਕੇ ਚਲੋ ਪੂਰਾ ਡਿਸਟੈਂਸ, ਉਹ ਹੈ 500 ਮੀਟਰ ਇੱਕ ਰਾਊਂਡ ਦਾ, ਤੇ ਦੋ ਬਾਈਕ ਸਵਾਰ ਹੈ, ਉਹਨਾਂ ਨੇ 5 ਚੱਕਰ ਲਾਏ, ਠੀਕ ਹੈ। ਹੁਣ ਆਪਾਂ ਇਹਨਾਂ ਦੋਵਾਂ ਦੀ ਕੀ ਦੱਸਣੀ ਹੈ, ਇੱਕ ਤਾਂ ਸਪੀਡ, ਠੀਕ ਹੈ, ਇੱਕ ਦੱਸਣੀ ਆਪਾਂ ਵੈਲੋਸਿਟੀ। ਨਾਲ ਇਹ ਵੀ ਦੱਸਿਆ ਕਿ 5 ਚੱਕਰ ਉਹਨਾਂ ਨੇ ਲਾਏ ਆ, 5 ਚੱਕਰ ਲਾਏ ਆ ਆਪਣੇ ਕੋਲੇ ਮੰਨ ਕੇ ਚੱਲੋ 500 ਮਿੰਟ ਦੇ ਵਿੱਚ, 500 ਨਹੀਂ 50 ਮਿੰਟ ਲਾ ਲਓ, ਚਲੋ 50 ਮਿੰਟ ਦੇ ਵਿੱਚ, ਜਿੰਨਾ ਸੌਖਾ ਹੋ ਸਕੇ 50 ਮਿੰਟ ਦੇ ਵਿੱਚ। ਦੇਖੋ ਹੁਣੇ ਬੈਠੇ ਬੈਠੇ ਕੁਐਸਚਨ ਬਣਾਦਾ, ਕੋਈ ਇਹ ਨਹੀਂ ਕਿ ਮੈਂ ਕਾਪੀ ਤੇ ਲਿਖ ਕੇ ਰੱਖੀ ਬਿਠਾ ਦੇ ਕੁਛ, ਮੈਂ ਹੁਣੇ ਅੰਦਾਜ਼ੇ ਲਾ ਰਿਹਾ ਬਸ। 50 ਮਿੰਟ ਚ ਉਹਨਾਂ ਨੇ ਕੀ ਕੀਤਾ, 500 ਮੀਟਰ ਦੇ 5 ਚੱਕਰ ਲਾਏ ਆ ਇੱਕ ਗਰਾਊਂਡ ਦੇ, ਠੀਕ ਹੈ। ਜਿੱਤਿਆ ਕੋਈ ਵੀ ਬਾਤ ਦੀ ਗੱਲ, ਆਪਾਂ ਦੋ ਚੀਜ਼ਾਂ ਪਤਾ ਕਰਨੀਆਂ, ਸਪੀਡ ਪਤਾ ਕਰਨੀ ਹੈ ਤੇ ਵੈਲੋਸਿਟੀ ਪਤਾ ਕਰਨੀ ਹੈ। ਹੁਣ ਆਜੋ ਆਪਾਂ ਪਤਾ ਕਿਵੇਂ ਕਰਨੀ ਹੈ। ਸਭ ਤੋਂ ਪਹਿਲਾਂ ਆਪਾਂ ਪਤਾ ਕਰਾਂਗੇ ਸਪੀਡ, ਠੀਕ ਹੈ। ਚਲੋ ਸਪੀਡ ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲ, ਜਲਦੀ ਜਲਦੀ ਲਿਖ ਦਿਓ ਸਾਰੇ ਬੱਚੇ। ਸਪੀਡ ਦਾ ਫਾਰਮੂਲਾ ਆਪਣੇ ਕੋਲ ਕੀ ਹੁੰਦਾ, ਜਲਦੀ ਜਲਦੀ ਜਿਹੜੇ ਕਮੈਂਟ ਕਰਦੇ ਰਹਿੰਦੇ ਆ, ਵੀਡੀਓ ਪੌਜ਼ ਕਰਕੇ ਵੀ ਲਿਖ ਸਕਦੇ ਹੋ, ਤਾਂ ਆਪਣਾ ਫਾਰਮੂਲਾ ਹੁੰਦਾ V D/T, ਠੀਕ ਹੈ। ਸਪੀਡ ਬਾਈ D/T, ਠੀਕ ਹੈ। ਸਪੀਡ ਇਕੁਅਲ ਟੂ D/T। ਹੁਣ ਡਿਸਟੈਂਸ ਕਿੰਨਾ ਕਵਰ ਕੀਤਾ ਆਪਾਂ, ਠੀਕ ਹੈ। ਡਿਸਟੈਂਸ ਆਪਾਂ ਕਵਰ ਕੀਤਾ 500 ਮੀਟਰ ਇੱਕ ਸੀ, ਤੇ ਉਹਨੂੰ 5 ਵਾਰੀ ਗੇੜੇ ਕੱਢੇ ਆ, ਠੀਕ ਹੈ। ਕਿੰਨੇ ਟਾਈਮ ਚ ਕੀਤਾ, 50 ਮਿੰਟ ਚ। 50 ਮਿੰਟ ਨੂੰ ਆਪਾਂ ਕੀ ਕਨਵਰਟ ਕਰ ਲਾਂਗੇ 60 ਉਹਦੇ ਸੈਕਿੰਡ ਦੇ ਵਿੱਚ। ਇੰਨਾ ਕਲੀਅਰ ਹੋ ਗਿਆ। ਹੁਣ ਇਹ ਕਿੰਨਾ ਆ ਜਾਊਗਾ, ਉੱਤੇ ਆ ਜਾਊਗਾ 2500 ਮੀਟਰ, ਠੀਕ ਹੈ। ਨੀਚੇ ਕੀ ਆ ਜਾਊਗਾ ਆਪਣੇ ਕੋਲੇ 6×5 300 ਸੈਕਿੰਡ। ਇੰਨਾ ਕਲੀਅਰ ਹੋ ਗਿਆ। ਇਹਦੇ ਚ ਤਾਂ ਕਿਸੇ ਨੂੰ ਕੋਈ ਡਾਊਟ ਨਹੀਂ ਹੋਣਾ। ਦਿੰਨੇ ਆਪਾਂ ਕੱਟ, ਠੀਕ ਹੈ, ਕੱਟਤਾ 5×5 25, 6×5 30, 5/6 ਮੀਟਰ ਪ੍ਰਤੀ ਸੈਕਿੰਡ ਆਪਣੇ ਕੋਲ ਆ ਗਿਆ ਆਨਸਰ, ਸਪੀਡ ਆ ਗਈ, ਠੀਕ ਹੈ। ਜੇ ਇਹਨੂੰ ਤੁਸੀਂ ਐਂ ਵੀ ਕਰ ਦੋਗੇ ਕਿ ਮੰਨ ਕੇ ਚੱਲੋ, ਚਲੋ ਬਸ ਐਂ ਹੀ ਠੀਕ ਹੈ, ਜ਼ਿਆਦਾ ਨਹੀਂ ਕਨਫਿਊਜ਼ ਹੋਣਾ ਆਪਾਂ, ਠੀਕ ਹੈ। ਸਪੀਡ ਕਿੰਨੀ ਆ ਗਈ, 5/6 ਮੀਟਰ ਪ੍ਰਤੀ ਸੈਕਿੰਡ ਚੋਂ ਜਾਂਦੇ ਆ। ਕਲੀਅਰ ਹੈ ਇੰਨਾ। ਹੁਣ ਦੇਖੋ, ਹੁਣ ਆਪਾਂ ਕੱਢਣੀ ਹੈ ਵੈਲੋਸਿਟੀਆਂ ਦੀ, ਇਸੇ ਦੀ ਸੇਮ ਟੂ ਸੇਮ ਦੀ। ਵੈਲੋਸਿਟੀ ਕੀ ਹੁੰਦੀ ਹੈ ਆਪਣੇ ਕੋਲੇ, ਇਹਨੂੰ ਰੇਜ਼ ਕਰ ਦੇਣਾ ਪਹਿਲਾਂ। ਲੋ ਵੈਲੋਸਿਟੀ ਕੀ ਹੁੰਦੀ ਹੈ ਆਪਣੇ ਕੋਲ, ਵੈਲੋਸਿਟੀ ਹੁੰਦੀ ਹੈ ਡਿਸਪਲੇਸਮੈਂਟ ਅਪੋਨ ਟਾਈਮ। ਹੁਣ ਡਿਸਪਲੇਸਮੈਂਟ ਪਹਿਲਾਂ ਚੈੱਕ ਕਰੋ ਇੱਥੇ ਕਿੰਨੀ ਹੈ। ਡਿਸਪਲੇਸਮੈਂਟ ਦਾ ਮਤਲਬ ਹੁੰਦਾ ਸ਼ਾਰਟਕਟ ਰਸਤਾ, ਜਾਂ ਡਿਸਪਲੇਸਮੈਂਟ ਦਾ ਮਤਲਬ ਹੁੰਦਾ ਪਹਿਲਾਂ ਵਾਲਾ ਪੁਆਇੰਟ ਜਿੱਥੋਂ ਚੱਲੇ ਆ ਤੇ ਐਂਡ ਵਾਲੇ ਪੁਆਇੰਟ ਦੀ ਦੂਰੀ, ਦੋਵਾਂ ਦੀ ਦੂਰੀ,
ਠੀਕ ਹੈ, ਆਪਾਂ ਵਿੱਚ ਵਾਲੇ ਨਾਲ ਕੁਝ ਨਹੀਂ ਲੈਣ ਦੇਣ। ਹੁਣ A ਤੋਂ ਚੱਲੇ ਸੀ ਤੇ ਕਿੱਥੇ ਆ ਕੇ ਖਤਮ ਕੀਤਾ ਹੈ? ਇੱਥੇ A ਤੇ ਆ ਕੇ ਖਤਮ ਕੀਤਾ ਹੈ। ਠੀਕ ਹੈ, ਆਪਣੇ ਕੋਲ ਕੀ ਹੋ ਗਿਆ ਫਿਰ? ਡਿਸਪਲੇਸਮੈਂਟ ਕਿੰਨਾ ਹੋ ਗਿਆ? 0। ਠੀਕ ਹੈ, ਟਾਈਮ ਕਿੰਨਾ ਲੱਗਿਆ ਸੀ ਆਪਣੇ ਕੋਲੇ? 50 ਮਿੰਟ। ਜਦੋਂ 0 ਹੀ ਉੱਪਰ ਆ ਗਿਆ ਤਾਂ ਵੈਲੋਸਿਟੀ ਕਿੰਨੀ ਹੋ ਗਈ? 0। ਦੇਖੋ ਕਿੰਨਾ ਵਧੀਆ ਕੁਐਸਚਨ ਸੀਗਾ, ਇੱਥੇ ਸਮਝ ਲੱਗ ਗਈ ਹੁਣ ਸਾਰੇ ਬੱਚਿਆਂ ਨੂੰ। ਸਪੀਡ ਆ ਗਈ 5/6 ਮੀਟਰ ਪ੍ਰਤੀ ਸੈਕਿੰਡ ਤੇ ਵੈਲੋਸਿਟੀ ਆ ਗਈ 0 ਮੀਟਰ ਪ੍ਰਤੀ ਸੈਕਿੰਡ। ਕਿਉਂ? ਕਿਉਂਕਿ ਵੈਲੋਸਿਟੀ ਦੇ ਵਿੱਚ ਡਿਸਪਲੇਸਮੈਂਟ ਚੈੱਕ ਕਰਨਾ ਸੀ ਆਪਾਂ। ਡਿਸਪਲੇਸਮੈਂਟ ਕੀ ਹੈ ਆਪਣੇ ਕੋਲੇ? 0 ਹੀ ਹੈ, ਕਿਉਂਕਿ ਡਿਸਪਲੇਸਮੈਂਟ ਨੇ ਸਿਰਫ ਇਹ ਦੇਖਣਾ ਹੁੰਦਾ ਕਿ ਉਹਦਾ ਐਂਡ ਪੁਆਇੰਟ ਕਿੱਥੇ ਹੈ। ਸਟਾਰਟਿੰਗ ਪੁਆਇੰਟ ਤੇ ਐਂਡ ਪੁਆਇੰਟ ਦੇਖਣਾ ਹੁੰਦਾ। ਸਟਾਰਟਿੰਗ ਵੀ A ਸੀ ਤੇ ਐਂਡ ਵੀ A ਸੀ, ਤਾਂ ਉਹਨਾਂ ਨੇ ਜਦੋਂ ਕੋਈ ਦੂਰੀ ਨਹੀਂ ਤੈਅ ਕੀਤੀ ਤਾਂ ਉਹਦੇ ਵਿੱਚ ਫਿਰ ਲਿਖਾਂਗੇ ਕੀ ਆਪਾਂ, ਤਾਂ ਕਰਕੇ ਉਹ ਕੀ ਆ ਗਿਆ? 0 ਵੈਲੋਸਿਟੀ ਆ ਗਈ। ਕਲੀਅਰ ਹੋ ਗਈ ਨਾ ਹੁਣ ਸਪੀਡ ਤੇ ਵੈਲੋਸਿਟੀ? ਕਿਸੇ ਨੂੰ ਕੋਈ ਡਾਊਟ ਤਾਂ ਨਹੀਂ ਰਹਿ ਗਿਆ? ਹੁਣ ਚੱਲਦੇ ਆਪਾਂ ਐਕਸਲਰੇਸ਼ਨ ਨਾਲ। ਇਹ ਬੜੇ ਵਧੀਆ ਢੰਗ ਨਾਲ ਸਮਝਾਉਂਗਾ ਤੁਹਾਨੂੰ। ਹੁਣ ਆ ਜਾਓ ਐਕਸਲਰੇਸ਼ਨ ਤੇ। ਵੇਗ ਜਿਹਨੂੰ ਆਪਾਂ ਕਹਿ ਦਿੰਦੇ ਆ ਐਕਸਲਰੇਸ਼ਨ। ਚਲੋ ਐਕਸਲਰੇਸ਼ਨ ਕੀ ਹੁੰਦਾ? ਜਿਹੜਾ ਐਕਸਲਰੇਸ਼ਨ ਹੁੰਦਾ ਹੈ ਕਿਸੇ ਚੀਜ਼ ਨੂੰ ਮੰਨ ਕੇ ਚਲੋ ਵਧਾਉਣਾ ਅੱਗੇ, ਠੀਕ ਹੈ, ਉਹਦੇ ਵਿੱਚ ਚੇਂਜ ਕਰਨਾ, ਵਧਾਉਣਾ ਜਾਂ ਘਟਾਉਣਾ। ਹੁਣ ਐਕਸਲਰੇਟ ਕੀ ਹੁੰਦਾ? ਜਦੋਂ ਆਪਾਂ ਉਹ ਨੱਪ ਦਿੰਦੇ ਆ ਨਾ ਰੇਸ, ਉਹਨੂੰ ਕਹਿੰਦੇ ਐਕਸਲਰੇਟ ਕਰਤੀ ਕੋਈ ਚੀਜ਼। ਠੀਕ ਹੈ, ਜਿਵੇਂ ਕਾਰ ਦੇ ਵਿੱਚ ਜੇ ਮੰਨ ਲਓ ਤੁਸੀਂ ਜਾ ਰਹੇ ਆ 20 ਦੀ ਸਪੀਡ ਤੇ, 20 ਦੀ ਸਪੀਡ ਤੇ ਚੱਲੇ ਆ ਨਾ, ਤੇ ਨਾਲ ਦੇ ਕਹਿਣਗੇ ਨਹੀਂ ਯਾਰ 50 ਤੇ ਚੱਲਦੇ ਆ, ਉਹ ਕੀ ਹੋ ਗਿਆ? ਐਕਸਲਰੇਟ ਕਰਤਾ ਉੱਥੇ ਆਪਾਂ। 50 ਤੋਂ 20 ਤੇ ਲੈ ਆਂਦਾ, ਠੀਕ ਹੈ, ਉਹ ਡਿਕਰੀਜ਼ਿੰਗ ਹੋ ਗਈ ਉਹਦੇ ਵਿੱਚ। ਉਹਨੂੰ ਵੀ ਦੱਸੂਗਾ ਕੀ ਕਹਿੰਦੇ। ਪਹਿਲਾਂ ਇੰਨਾ ਹੀ ਸਮਝੋ ਕਿ ਐਕਸਲਰੇਸ਼ਨ ਕੀ ਹੈ। ਹੁਣ ਦੇਖੋ ਪਹਿਲਾਂ ਐਗਜ਼ਾਮਪਲ ਲੈਂਦੇ ਆਪਾਂ ਇੱਕ ਸੋਹਣੀ ਜੀ, ਫਿਰ ਆਪਾਂ ਚੱਲਾਂਗੇ ਇਹਨਾਂ ਦੇ ਫਾਰਮੂਲੇ ਕੀ ਹੈ, ਕਿਹੜੀਆਂ ਚੀਜ਼ਾਂ ਕਿਹੜੀਆਂ ਇਹਨਾਂ ਨੂੰ ਇੰਪੈਕਟ ਕਰਦੀਆਂ। ਠੀਕ ਹੈ, ਬਸ ਸਮਝੋ ਲਾਸਟ ਹੀ ਹੈ ਤੁਹਾਡਾ, ਇਸ ਤੋਂ ਬਾਅਦ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਸੇ ਵੀ ਚੀਜ਼ ਦੀ। ਹੁਣ ਆਪਣੇ ਕੋਲ ਕੀ ਆਊਗਾ? ਇਹਨਾਂ ਸਭ ਤੋਂ ਪਹਿਲਾਂ ਡੈਫੀਨੇਸ਼ਨ ਇਹ ਹੁੰਦੀ ਹੈ ਕਿ ਇਟ ਇਜ਼ the change, ਤੁਹਾਨੂੰ ਰੱਟੇ ਲਵਾ ਦੇਣਾ ਬਸ ਇਹਦਾ, ਚੇਂਜ ਆਫ ਰੇਟ ਆਫ ਆਊਗਾ ਇੱਥੇ। ਠੀਕ ਹੈ, ਇੱਥੇ ਰੇਟ ਆਫ ਆਊਗਾ। ਇਟ ਇਜ਼ ਦਾ ਰੇਟ ਆਫ ਚੇਂਜ ਆਫ ਵੈਲੋਸਿਟੀ। ਠੀਕ ਹੈ, ਹੁਣ ਦੇਖੋ 2-3 ਐਗਜ਼ਾਮਪਲ ਵੀ ਦੱਸੂਗਾ, ਪਹਿਲਾਂ ਸਮਝ ਲਓ ਕਿ ਡੈਫੀਨੇਸ਼ਨ ਦਾ ਮਤਲਬ ਕੀ ਹੈ। ਜਿੱਥੇ ਵੀ ਰੇਟ ਆਫ ਆ ਜਾਏ ਨਾ, ਜਿੱਥੇ ਵੀ ਰੇਟ ਆਫ ਆ ਜਾਏ, ਜਿੱਥੇ ਵੀ ਪਤਾ ਦੀ ਹੁੰਦਾ ਕਿ ਤੁਹਾਨੂੰ ਕੁਝ ਵੀ ਨਹੀਂ ਪਤਾ, ਜਿੱਥੇ ਰੇਟ ਆਫ ਆ ਜਾਏ ਨਾ, ਮਤਲਬ ਤੁਸੀਂ ਡਿਵਾਈਡ ਕਿਹਦੇ ਨਾਲ ਕਰਨਾ ਹੈ? ਟਾਈਮ ਨਾਲ ਕਰਨਾ ਹੈ। ਬਸ ਇਹ ਰੱਟਾ ਲਾ ਲਿਓ, ਜਿੱਥੇ ਵੀ ਰੇਟ ਆਫ ਆ ਜਾਏ। 99% ਚਾਂਸ ਇਹੀ ਹੋਣਗੇ ਜਨਰਲੀ, ਜਿਵੇਂ ਆਪਾਂ ਕਹਿ ਨਹੀਂ ਦਿੰਦੇ ਕਿ ਮੈਟਲ ਹੈ ਜਿਹੜੇ ਬੇਸਿਕ ਹੁੰਦੇ ਆ, ਠੀਕ ਹੈ, ਐਕਸੈਪਸ਼ਨ ਜਿਹੜੀਆਂ ਹੁੰਦੀਆਂ ਜ਼ਿੰਕ ਤੇ ਐਲੂਮੀਨੀਅਮ ਆਕਸਾਈਡ ਜਿਹੜੇ ਹੁੰਦੇ ਆ ਐਮਫੋਟੈਰਿਕ ਹੁੰਦੇ ਆ, ਉਹ ਕਿੱਧਰ ਆ ਗਏ? ਉਵੇਂ ਹੀ ਬਸ ਤੁਹਾਨੂੰ ਐਗਜ਼ਾਮਪਲ ਦੇ ਦੀ ਨਾ ਮੈਂ, ਉਵੇਂ ਹੀ। ਠੀਕ ਹੈ, ਜਿੱਥੇ ਰੇਟ ਆਫ ਆ ਜਾਏ ਸਮਝੋ ਤੁਸੀਂ ਟਾਈਮ ਨਾਲ ਡਿਵਾਈਡ ਕਰਨਾ। ਇੱਕ ਕਲੀਅਰ ਹੋ ਗਿਆ। ਤੇ ਉਸ ਤੋਂ ਬਾਅਦ ਆਪਾਂ ਨੂੰ ਕੀ ਕਿਹਾ ਉਹਨਾਂ ਨੇ? ਚੇਂਜ ਆਫ ਵੈਲੋਸਿਟੀ। ਵੈਲੋਸਿਟੀ ਕੀ ਸੀਗੀ? ਕਿ ਕੋਈ ਚੀਜ਼ ਨੇ ਉਵੇਂ ਹੀ ਆਪਣਾ ਚੱਲਦੇ ਰਹਿਣਾ। ਠੀਕ ਹੈ, ਪਰ ਜਦੋਂ ਉਹਦੇ ਵਿੱਚ ਚੇਂਜ ਆ ਗਿਆ ਉਹਨੂੰ ਕਵਾਂਗੇ ਐਕਸਲਰੇਸ਼ਨ। ਹੁਣ ਦੇਖੋ ਇਹਦੀ ਐਗਜ਼ਾਮਪਲ ਦੇਣ ਲੱਗਿਆ ਮੈਂ ਹੁਣ ਇੱਕ ਕਾਰ ਹੈ, ਠੀਕ ਹੈ, ਕਾਰ ਚੱਲੀ ਹੈ, ਆ ਮੰਨ ਕੇ ਚਲੋ ਕਾਰ ਹੈ, ਠੀਕ ਹੈ, ਕਾਰ ਜ਼ਿਆਦਾ ਹੀ ਸੋਹਣੀ ਹੈ, ਕਾਰ ਚੱਲੀ ਹੈ ਇੱਥੋਂ, ਠੀਕ ਹੈ, ਕਾਰ ਦੀ ਸਪੀਡ ਹੈ 60 ਕਿਲੋਮੀਟਰ ਪ੍ਰਤੀ ਘੰਟਾ। A ਪੁਆਇੰਟ ਤੋਂ ਚੱਲੀ ਹੈ, A ਪੁਆਇੰਟ ਮੰਨ ਕੇ ਚਲੋ ਆਪਣਾ ਹੈਗਾ ਮਾਨਸਾ, ਠੀਕ ਹੈ, ਮਾਨਸਿਓ ਚੱਲੀ ਹੈ, ਮਾਨਸਿਓ ਜਾਂਦੇ 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 ਅੰਮ੍ਰਿਤਸਰ ਪਹੁੰਚ ਗਈ, ਸਿੱਧੇ ਰਸਤੇ, ਕੁਛ ਨਹੀਂ ਰਾਸਤੇ 'ਚ ਮੁੜਿਓ, ਠੀਕ ਹੈ, ਅੰਮ੍ਰਿਤਸਰ ਪਹੁੰਚ ਗਈ। ਹੁਣ ਇਹਨੂੰ ਕੀ ਕਵਾਂਗੇ ਆਪਾਂ? ਇਹਨੂੰ ਤੁਸੀਂ ਐਕਸਲਰੇਸ਼ਨ ਕਹਿ ਸਕਦੇ ਹੋ, ਠੀਕ ਹੈ, ਜਾਂ ਇਹ ਵੈਲੋਸਿਟੀ ਹੈ। ਤਾਂ ਹੁਣ ਆਪਣਾ ਇਹਦਾ ਰਾਈਟ ਆਨਸਰ ਆਊਗਾ ਕਿ ਇਹ ਆਪਣੇ ਕੋਲ ਵੈਲੋਸਿਟੀ। ਠੀਕ ਹੈ, ਜਦੋਂ ਕੋਈ ਚੀਜ਼ ਚੱਲਦੀ ਰਹਿੰਦੀ ਹੈ ਬਸ ਉਹਦੇ 'ਚ ਕੋਈ ਬਦਲਾਵ ਨਹੀਂ ਆਉਂਦਾ। 60 ਕਿਲੋਮੀਟਰ ਦੀ ਸਪੀਡ ਆਉਂਦੀ, ਸਹੀ ਚੱਲੀ ਜਾਂਦੀ ਹੈ, ਇੱਕੋ ਰਸਤੇ ਚੱਲੀ ਜਾਂਦੀ ਹੈ, ਇਹ ਵੀ ਠੀਕ ਹੈ। ਠੀਕ ਹੈ, ਹੁਣ ਦੇਖੋ ਕਲੀਅਰ ਹੋ ਗਿਆ ਨਾ, ਇਹਨੂੰ ਕਹਿੰਦੇ ਵੈਲੋਸਿਟੀ। ਹੁਣ ਇੱਕ ਚੀਜ਼ ਦੱਸਣ ਲੱਗਿਆ, ਬਹੁਤ ਵਧੀਆ ਚੀਜ਼ ਦੱਸਣ ਲੱਗਿਆ ਮੈਂ। ਧਿਆਨ ਰੱਖਣਾ ਬਸ, ਇੱਥੇ ਹੀ ਤੁਹਾਨੂੰ ਜਿਹੜਾ ਪੇਪਰ 'ਚ ਕਨਫਿਊਜ਼ ਹੋਵੋਗੇ ਤੁਸੀਂ। ਹੁਣ ਉਹੀ ਕਾਰ ਮਾਨਸਿਓ ਚੱਲੀ ਹੈ, ਠੀਕ ਹੈ, ਚੱਲੀ ਹੈ, ਠੀਕ ਹੈ, ਉਹ ਚਲੀ ਗਈ ਆਪਣੇ ਕੋਲੇ ਅੰਮ੍ਰਿਤਸਰ ਹੀ ਪਹੁੰਚ ਗਈ। ਸਪੀਡ ਕਿੰਨੀ ਆਉਂਦੀ? ਸਪੀਡ ਹੈਗੀ ਹੈ 60 ਕਿਲੋਮੀਟਰ ਪ੍ਰਤੀ ਘੰਟਾ। ਸਪੀਡ ਵੀ ਉਹੀ ਹੈ, ਠੀਕ ਹੈ, ਮਾਨਸੇ ਤੋਂ ਅੰਮ੍ਰਿਤਸਰ ਹੀ ਗਈ ਆ ਉਹ, ਠੀਕ ਹੈ। ਹੁਣ ਦੱਸੋ ਮੈਨੂੰ ਇਹ ਕੀ ਵੈਲੋਸਿਟੀ ਹੈ ਕਿ ਆਪਣੇ ਕੋਲੇ ਐਕਸਲਰੇਸ਼ਨ ਹੈ? ਤਾਂ ਹੁਣ ਆਪਣਾ ਰਾਈਟ ਆਨਸਰ ਕੀ ਆਊਗਾ? ਇਹ ਹੈਗਾ ਆਪਣੇ ਕੋਲੇ ਐਕਸਲਰੇਸ਼ਨ। ਕਿਉਂ ਐਕਸਲਰੇਸ਼ਨ ਹੈ? ਕਿਉਂਕਿ ਉਹਦੇ ਕਾਹਦੇ ਵਿੱਚ ਚੇਂਜ ਆ ਗਿਆ? ਡਾਇਰੈਕਸ਼ਨ ਦੇ ਵਿੱਚ। ਠੀਕ ਹੈ, ਡਾਇਰੈਕਸ਼ਨ ਹੈ ਉਹੀ ਸੇਮ ਪਾਥ,
ਪਰ ਡਾਇਰੈਕਸ਼ਨ ਚੇਂਜ ਹੋ ਗਈ, ਰਸਤੇ 'ਚ ਜਾਂਦੀ ਜਾਂਦੀ ਉਹ ਮੁੜ ਗਈ ਸੀ। ਠੀਕ ਹੈ, ਦੇਖੋ ਇੱਥੇ ਕਨਫਿਊਜ਼ ਹੋਗੇ ਤੁਸੀਂ। ਹੁਣ ਅੱਗੇ ਕੀ ਹੈ ਆਪਣੇ ਕੋਲ, ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ ਜੀ, ਫਿਰ ਮੈਂ ਲੈ ਕੇ ਚੱਲੂਗਾ ਤੁਹਾਨੂੰ ਕਿ ਇਹਦੇ ਫਾਰਮੂਲੇ ਕੀ ਹੈ, ਕਿਵੇਂ ਕਿਵੇਂ ਕਰਨਾ, ਫਿਰ ਤੁਹਾਨੂੰ ਹੋਰ ਕਲੀਅਰ ਹੋ ਜਾਊਗਾ। ਹੁਣ A ਪੁਆਇੰਟ ਤੋਂ ਚੱਲੇ ਆ ਮਾਨਸੀ ਤੇ B ਪੁਆਇੰਟ ਤੇ ਚਲੇ ਗਏ, ਠੀਕ ਹੈ, ਅੰਮ੍ਰਿਤਸਰ, ਕਲੀਅਰ ਹੈ। ਹੁਣ ਜਦੋਂ ਚੱਲੇ ਸੀ ਉਹਦੀ ਸਪੀਡ ਸੀਗੀ 60 ਕਿਲੋਮੀਟਰ, ਤੇ ਰਸਤੇ 'ਚ ਉਹਦੀ ਸਪੀਡ ਹੋ ਗਈ 30 ਕਿਲੋਮੀਟਰ, ਪਹੁੰਚਦੇ ਪਹੁੰਚਦੇ ਉਹਦੀ ਸਪੀਡ ਹੋ ਗਈ 20 ਕਿਲੋਮੀਟਰ, ਠੀਕ ਹੈ, ਜਾਂ ਪਹੁੰਚਦੇ ਪਹੁੰਚਦੇ ਲਾ ਲਓ ਉੱਥੇ ਹੋ ਗਈ 80 ਕਿਲੋਮੀਟਰ, ਤੇ ਫਿਰ ਪਹੁੰਚਦੇ ਪਹੁੰਚਦੇ ਹੋ ਗਈ 100 ਕਿਲੋਮੀਟਰ। ਹੁਣ ਇਹ ਕੀ ਹੈ, ਵੈਲੋਸਿਟੀ ਹੈ ਜਾਂ ਐਕਸਲਰੇਸ਼ਨ ਹੈ? ਹੁਣ ਆਪਣੇ ਕੋਲ ਇਹ ਕੀ ਹੈ, ਹੁਣ ਤਾਂ ਬਹੁਤ ਸਾਰੇ ਬੱਚਿਆਂ ਦਾ ਜਵਾਬ ਆ ਗਿਆ ਹੋਣਾ, ਜਦ ਉਹਨਾਂ ਨੇ ਮਾਈਂਡ 'ਚ ਸੋਚ ਲਿਆ ਹੋਣਾ ਕਿ ਇਹ ਕੀ ਹੈ, ਇਹ ਆਪਣੇ ਕੋਲ ਹੈਗਾ ਐਕਸਲਰੇਸ਼ਨ। ਕਿਉਂ? ਕਿਉਂਕਿ ਕੀ ਹੋਇਆ, ਚੇਂਜ ਆਫ ਵੈਲੋਸਿਟੀ, ਵੈਲੋਸਿਟੀ ਦੇ ਵਿੱਚ ਚੇਂਜ ਹੋਇਆ। ਹੁਣ ਕਲੀਅਰ ਹੋ ਗਿਆ ਕਿ ਐਕਸਲਰੇਸ਼ਨ ਕੀ ਹੈ। ਇਦੋਂ ਸੌਖੀ ਐਗਜ਼ਾਮਪਲ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ, ਇਹ ਹੈ ਐਕਸਲਰੇਸ਼ਨ। ਹੁਣ ਚੱਲਦੇ ਆਪਾਂ ਇਹਦੀਆਂ ਜਿਹੜੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਆਪਾਂ ਇਹਦੇ ਵਿੱਚ ਪੜ੍ਹਨੀਆਂ, ਦੋ ਤਿੰਨ ਹੀ ਆ ਬਸ, ਜ਼ਿਆਦਾ ਕੋਈ ਇਹਦੇ ਵਿੱਚ ਉਹ ਹੈ ਨਹੀਂ ਮੰਤਰ ਪੜ੍ਹਨ ਵਾਲੀ ਗੱਲ। ਚਲੋ ਹੁਣ ਇਹਨੂੰ ਲੈ ਕੇ ਚੱਲਦਾ ਮੈਂ ਤੁਹਾਨੂੰ ਅੱਗੇ। ਇਹ ਲਿਖ ਲਿਓ ਜਿਹੜੇ ਬੱਚਿਆਂ ਨੇ ਡੈਫੀਨੇਸ਼ਨ ਲਿਖਣੀ ਹੈ ਕਿ ਇਟ ਇਜ਼ ਦਾ ਰੇਟ ਆਫ ਚੇਂਜ ਆਫ ਵੈਲੋਸਿਟੀ। ਹੁਣ ਫਿਰ ਹਮੇਸ਼ਾ ਨਾ ਆ A ਪੁਆਇੰਟ ਤੋਂ ਚੱਲਾਂਗੇ। A ਪੁਆਇੰਟ ਹੁੰਦਾ ਨਾ ਜਿਹੜਾ, ਇਹ ਹੁੰਦਾ ਸਟਾਰਟਿੰਗ ਪੁਆਇੰਟ, ਜਿਹਨੂੰ ਤੁਸੀਂ ਕਹਿ ਦਿੰਦੇ ਇਨੀਸ਼ੀਅਲ ਪੁਆਇੰਟ, ਠੀਕ ਹੈ। ਇਨੀਸ਼ੀਅਲ ਵੈਲੋਸਿਟੀ ਕੀ ਹੈ, ਧਿਆਨ ਨਾਲ ਸਮਝ ਲਿਓ, ਛੋਟਾ ਜਿਹਾ ਪੁਆਇੰਟ ਹੈ, ਇਹਨੂੰ ਹਮੇਸ਼ਾ ਤੁਸੀਂ ਲੈਣਾ U ਨਾਲ, ਠੀਕ ਹੈ। ਇਹਨੂੰ ਹਮੇਸ਼ਾ ਕਾਹਦੇ ਨਾਲ ਲੈਣਾ, U ਨਾਲ। ਹੁਣ ਅੱਗੋਂ ਕੀ ਆਪਣੇ ਕੋਲੇ, ਜਿਹੜਾ ਆਪਣਾ ਐਂਡ ਪੁਆਇੰਟ ਹੈ, ਜਿਵੇਂ ਮਾਨਸਾ ਤੋਂ ਅੰਮ੍ਰਿਤਸਰ ਸੀ ਨਾ, ਮਾਨਸਾ ਤੋਂ ਅੰਮ੍ਰਿਤਸਰ, ਇਹ ਹੁੰਦਾ ਆਪਣੇ ਕੋਲੇ ਫਾਈਨਲ ਵੈਲੋਸਿਟੀ, ਠੀਕ ਹੈ, ਫਾਈਨਲ ਵੈਲੋਸਿਟੀ। ਇਹਨੂੰ ਕਾਹਦੇ ਨਾਲ ਲੈਣਾ ਆਪਾਂ, ਇਹਨੂੰ ਲੈਣਾ ਹਮੇਸ਼ਾ V ਨਾਲ। ਇੰਨਾ ਸਮਝ ਆ ਗਿਆ, U ਤੇ V ਨਾਲ ਲੈਣਾ ਆਪਾਂ ਇਹਨੂੰ, ਕਲੀਅਰ ਹੈ। ਹੁਣ ਦੇਖੋ, ਹੁਣ ਐਕਸਲਰੇਸ਼ਨ ਦੇ ਵਿੱਚ ਆਪਾਂ ਕੀ ਲਵਾਂਗੇ, ਚੇਂਜ ਇਨ ਵੈਲੋਸਿਟੀ ਦਾ ਮਤਲਬ ਕੀ ਹੈ, ਚੇਂਜ ਇਨ ਵੈਲੋਸਿਟੀ ਦੋ ਚੀਜ਼ਾਂ ਪੜਾਈਆਂ ਸੀ ਮੈਂ ਤੁਹਾਨੂੰ ਉਹਦੇ ਵਿੱਚ। ਚੇਂਜ ਇਨ ਵੈਲੋਸਿਟੀ ਦਾ ਮਤਲਬ ਕੀ ਹੈ ਆਪਣੇ ਕੋਲੇ, ਕਿ ਵੈਲੋਸਿਟੀ ਦੇ ਵਿੱਚ ਕੋਈ ਚੇਂਜ ਆਣਾ। ਪਤਾ ਕਿਵੇਂ ਕਰਾਂਗੇ ਕਿ ਕਿਸੇ ਚੀਜ਼ 'ਚ ਚੇਂਜ ਆਇਆ। ਹੁਣ ਇਦੋਂ ਇਲਾਵਾ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ। ਹੁਣ ਮੰਨ ਕੇ ਚੱਲੋ ਮੇਰੇ ਕੋਲ ਹੈ 30 ਸੇਬ ਹੈ, 30 ਸੇਬ ਸੀ ਮੇਰੇ ਕੋਲ ਸਵੇਰੇ 10 ਵਜੇ, ਠੀਕ ਹੈ, ਤੇ 50 ਸੇਬ ਹੋ ਗਏ ਮੇਰੇ ਕੋਲੇ ਮੰਨ ਕੇ ਜਦੋਂ ਸ਼ਾਮ ਨੂੰ 2 ਵਜੇ, ਠੀਕ ਹੈ। ਹੁਣ ਤੁਸੀਂ ਜਦੋਂ ਮੇਰੇ ਕੋਲ ਵੇਖ ਕੇ ਗਏ ਸੀ 30 ਸੇਬ ਸੀਗੇ, ਤੇ ਹੁਣ ਹੋ ਗਏ 50 ਸੇਬ, ਤਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਹੋਊਗਾ ਕਿ ਮੇਰੇ ਕੋਲੇ ਕਿੰਨਾ ਚੇਂਜ ਆਇਆ? ਤੁਸੀਂ ਹੁਣ ਤਾਂ ਅੰਦਾਜ਼ਾ ਲਾ ਦੋਗੇ 20 ਦਾ, ਪਰ ਪਤਾ ਕਿਵੇਂ ਕਰਾਂਗੇ, 50 ਦੇ ਵਿੱਚੋਂ 30 ਨੂੰ ਮਾਈਨਸ ਕਰਕੇ ਤੁਸੀਂ ਕਹੋਗੇ ਜੀ ਤੇਰੇ ਕੋਲ 20 ਐਪਲ ਹੈ ਜਿਹੜੇ ਉਹ ਵੱਧ ਗਏ, ਠੀਕ ਹੈ। ਹੁਣ ਇਹ ਚੇਂਜ ਦਾ ਪਤਾ ਲੱਗ ਗਿਆ ਆਪਾਂ ਨੂੰ, ਚੇਂਜ ਇਨ ਐਪਲਸ ਜਾਂ ਚੇਂਜ ਇਨ ਕਹਿ ਲਓ ਆਪਣੇ ਕੋਲੇ ਉਹਦੇ ਵਿੱਚ ਕੀ ਆ ਜਾਊਗਾ, ਵੈਲੋਸਿਟੀ, ਠੀਕ ਹੈ। ਆਪਾਂ ਐਗਜ਼ਾਮਪਲ ਲੈ ਕੇ ਚੱਲਦੇ ਹਾਂ, ਠੀਕ ਹੈ। ਚੇਂਜ ਇਨ ਕੁਆਂਟੀਟੀ ਕਹਿ ਦੋ ਕਿ ਕਿੰਨੀ ਕੁਆਂਟੀਟੀ ਦੇ ਵਿੱਚ ਚੇਂਜ ਆਇਆ। ਹੁਣ ਆ ਜਾਓ ਆਪਣੇ ਇਹਲੇ ਕਨਸੈਪਟ ਤੇ ਕਿ ਵੈਲੋਸਿਟੀ ਦੇ ਵਿੱਚ ਚੇਂਜ ਦਾ ਕਿਵੇਂ ਪਤਾ ਲਗਾਵਾਂਗੇ। ਹੁਣ ਫਾਈਨਲ ਕੀ ਸੀ ਆਪਣੇ ਕੋਲੇ 50 ਸੇਬ, ਠੀਕ ਹੈ, ਤੇ ਇੱਥੇ ਫਾਈਨਲ ਕੀ ਹੈ ਆਪਣੇ ਕੋਲੇ V, ਠੀਕ ਹੈ। ਤੇ ਆਪਣੇ ਕੋਲ ਇਨੀਸ਼ੀਅਲ ਕੀ ਸੀਗੇ 30 ਸੇਬ, ਇੱਥੇ ਇਨੀਸ਼ੀਅਲ ਕੀ ਹੈ U, V ਮਾਈਨਸ U, ਇਹਨੂੰ ਕਹਿੰਦੇ ਆ ਚੇਂਜ ਇਨ ਵੈਲੋਸਿਟੀ। ਫਿਰ ਅੱਗੋਂ ਸਰ ਹੋਰ ਆਪਣੇ ਕੋਲ ਇੱਕ ਪੁਆਇੰਟ ਦਿੱਤਾ ਸੀਗਾ ਰੇਟ ਆਫ ਦਾ ਕੀ ਕਿਹਾ ਸੀ ਮੈਂ ਤੁਹਾਨੂੰ, ਰੇਟ ਆਫ ਜਿੱਥੇ ਆ ਜੇ ਉਹਨੂੰ ਡਿਵਾਈਡ ਬਾਈ ਕੀ ਕਰਨਾ, ਟਾਈਮ। ਇਹ ਆਪਣੇ ਕੋਲ ਬਣ ਗਿਆ ਐਕਸਲਰੇਸ਼ਨ ਦਾ ਫਾਰਮੂਲਾ, A ਬਰਾਬਰ V ਮਾਈਨਸ U ਬਾਈ T। ਦੇਖ ਲਓ ਕਿੰਨਾ ਸੌਖਾ ਸੀ, ਇਦੋਂ ਸੌਖਾ ਮੈਨੂੰ ਦੱਸੋ ਹੈਗਾ ਤਾਂ ਕੁਝ, ਠੀਕ ਹੈ। ਦੇਖੋ ਕਿੰਨਾ ਕੁ ਸੌਖਾ ਸੀ ਇਹ, ਦੱਸੋ ਕੁਐਸਚਨ ਦੇ ਵਿੱਚ ਹੈਗਾ ਸੀ ਤਾਂ। ਹੁਣ ਚੱਲਦੇ ਆਪਾਂ ਇਹਦੇ ਨਿਊਮੈਰਿਕ ਤੇ ਕਿਵੇਂ ਆ ਸਕਦਾ, ਠੀਕ ਹੈ। ਹੁਣ A ਪੁਆਇੰਟ ਸੀਗਾ ਆਪਣੇ ਕੋਲੇ ਕੀ ਸੀਗਾ U, ਤੇ B ਪੁਆਇੰਟ ਕੀ ਸੀਗਾ ਆਪਣੇ ਕੋਲੇ V, ਠੀਕ ਹੈ। A ਪੁਆਇੰਟ ਤੇ ਆਪਣੇ ਕੋਲ ਸਪੀਡ ਸੀ 2 ਮੀਟਰ ਪ੍ਰਤੀ ਸੈਕਿੰਡ, ਤੇ V ਤੇ ਹੋ ਗਈ ਆਪਣੇ ਕੋਲੇ 8 ਮੀਟਰ ਪ੍ਰਤੀ ਸੈਕਿੰਡ, ਕਲੀਅਰ ਹੈ ਨਾ। ਹੁਣ ਟਾਈਮ ਕਿੰਨਾ ਲੱਗਿਆ ਆਪਣੇ ਕੋਲੇ, ਟਾਈਮ ਲੱਗਿਆ ਇੰਨੇ ਵਿੱਚ ਆਪਾਂ ਨੂੰ, ਟਾਈਮ ਮੰਨ ਕੇ ਚਲੋ ਆਪਾਂ ਨੂੰ ਲੱਗ ਗਿਆ 3 ਸੈਕਿੰਡ ਦਾ। ਹੁਣ ਦੇਖੋ ਆਪਣੇ ਕੋਲ ਕੀ ਸੀ V, ਐਕਸਲਰੇਸ਼ਨ ਦਾ ਫਾਰਮੂਲਾ ਕੀ ਸੀ V ਮਾਈਨਸ U ਅਪੋਨ T। V ਕਿੰਨੀ ਹੈ ਆਪਣੇ ਕੋਲੇ 8, ਤੇ U ਕਿੰਨੀ ਹੈ 2, ਟਾਈਮ ਕਿੰਨਾ ਲੱਗਿਆ 3, ਕਿੰਨਾ ਗਿਆ 6/3, ਕੱਟ ਕੇ ਕਿੰਨਾ ਗਿਆ 2 ਮੀਟਰ ਪ੍ਰਤੀ ਸੈਕਿੰਡ। ਹੁਣ ਇੱਥੇ ਚੀਜ਼ ਦਾ ਧਿਆਨ ਰੱਖਣਾ, ਮੈਂ 2 ਮੀਟਰ ਪ੍ਰਤੀ ਸੈਕਿੰਡ ਲਿਖਿਆ ਨਾ, ਇੱਥੇ ਕਨਫਿਊਜ਼ ਨਹੀਂ ਹੋਣਾ। ਹੁਣ ਦੇਖੋ ਸਭ ਤੋਂ ਪਹਿਲੀ ਗੱਲ, ਵੈਲੋਸਿਟੀ ਦਾ SI ਯੂਨਿਟ ਕੀ ਸੀ, ਜਲਦੀ ਦੱਸੋ ਕਿ ਵੈਲੋਸਿਟੀ ਦਾ SI ਯੂਨਿਟ ਕੀ ਸੀਗਾ। ਵੈਲੋਸਿਟੀ ਦਾ ਮੈਂ ਦੱਸਿਆ ਸੀ ਨਾ, ਵੈਲੋਸਿਟੀ ਦਾ ਸੀਗਾ ਮੀਟਰ ਪ੍ਰਤੀ ਸੈਕਿੰਡ, ਸਹੀ ਹੈ, ਗਲਤ ਤਾਂ ਨਹੀਂ ਲਿਖਿਆ ਮੈਂ। ਇਹ ਸੀ SI ਯੂਨਿਟ ਵੈਲੋਸਿਟੀ ਦਾ। ਉਹ ਆਪਣੇ ਕੋਲ ਕੀ ਹੈ, ਵੈਲੋਸਿਟੀ ਕੀ ਆ ਗਈ ਆ ਰਹੀ, ਇਹਨੂੰ ਵੈਲੋਸਿਟੀ ਕਹੋਗੇ ਨਾ, ਚੇਂਜ ਇਨ ਵੈਲੋਸਿਟੀ। ਇਹਦਾ SI ਯੂਨਿਟ ਕੀ ਹੈ, ਮੀਟਰ ਪ੍ਰਤੀ ਸੈਕਿੰਡ। ਧਿਆਨ ਦੇਣਾ ਇੱਥੇ ਜੇ ਕਿਸੇ ਨੇ ਸਮਝਣਾ ਤਾਂ ਕੁਝ। ਹੁਣ ਟਾਈਮ ਦਾ ਕੀ ਹੁੰਦਾ SI ਯੂਨਿਟ, ਉਹਦਾ ਹੁੰਦਾ ਸੈਕਿੰਡ। ਲਓ
ਹੁਣ ਇੱਥੇ ਤਾਂ ਸਰ ਤੁਸੀਂ ਕੀ ਲਿਖਤਾ ਮੀਟਰ ਬਟਾ s ਬਟਾ s, ਠੀਕ ਹੈ। ਹੁਣ ਆਪਣੇ ਕੋਲ ਕੀ ਬਣ ਗਿਆ ਮੀਟਰ ਬਟਾ s ਗੁਣਾ s, ਹੁਣ ਇਹ ਕੀ ਬਣ ਗਿਆ ਮੀਟਰ ਬਟਾ s ਸਕੁਅਰ। ਇਹ ਕਿੰਦਾ ਹੈਗਾ ਆਪਣੇ ਕੋਲ ਐਸਆਈ ਯੂਨਿਟ, ਇਹ ਹੈਗਾ ਐਕਸਲਰੇਸ਼ਨ ਦਾ। ਜੇ ਤੁਹਾਨੂੰ ਕੋਈ ਐਕਸਲਰੇਸ਼ਨ ਦਾ ਪੁੱਛ ਲੇ ਮੀਟਰ ਬਟਾ s ਸਕੁਅਰ, ਲੋ ਕਿੰਨਾ ਸੌਖਾ ਸੀ, ਠੀਕ ਹੈ। ਹੁਣ ਇਹਨੂੰ ਕਿਵੇਂ ਲਿਖ ਸਕਦੇ ਹੋ, ਔਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਮੀਟਰ ਸੈਕਿੰਡ ਮਾਈਨਸ 2, ਕਿੰਨੀਆਂ ਸੌਖੀਆਂ ਚੀਜ਼ਾਂ, ਕਿੰਨੀਆਂ ਕੁ ਸੌਖੀਆਂ ਚੀਜ਼ਾਂ। ਹੁਣ ਆਪਣੇ ਕੋਲ ਆਨਸਰ ਕੀ ਆ ਗਿਆ ਇੱਥੇ 8 - 2 ਬਟਾ 3, 6 ਬਟਾ 3 ਕੱਟ ਕੇ ਕੀ ਆ ਗਿਆ 2 ਮੀਟਰ ਪ੍ਰਤੀ ਸੈਕਿੰਡ ਸਕੁਅਰ, ਜਾਂ ਲਿਖ ਲਓ 2 ਮੀਟਰ ਸੈਕਿੰਡ ਮਾਈਨਸ 2। ਆਨਸਰ ਆ ਗਿਆ ਆਪਣੇ ਕੋਲ। ਇਹ ਕੀ ਹੈ ਐਕਸਲਰੇਸ਼ਨ ਹੈ, ਠੀਕ ਹੈ। ਇਹ ਕੁਆਂਟੀਟੀ ਕਿਹੜੀ ਹੈ, ਕਿਹੜੀ ਕੁਆਂਟੀਟੀ ਚ ਆਊਗਾ ਵੈਕਟਰ ਕੇ ਜਿਹੜਾ ਸਕੇਲਰ, ਤੇ ਇਹਦੇ ਵਿੱਚ ਕੀ ਹੈ ਸਾਰਾ ਕੁਝ ਹੈ, ਵਾਵਾ ਸਾਰੀਆਂ ਚੀਜ਼ਾਂ, ਠੀਕ ਹੈ। ਇਹ ਆਊਗਾ ਵੈਕਟਰ ਚ। ਵੈਕਟਰ ਚ ਕਿਉਂ ਆਊਗਾ ਕਿਉਂਕਿ ਵੈਲੋਸਿਟੀ ਵੀ ਕੀ ਹੈ, ਵੈਲੋਸਿਟੀ ਵੀ ਕੀ ਹੈ ਵੈਕਟਰ ਹੈ, ਤੇ ਵੈਕਟਰ ਜਿਹੜੀ ਕੁਆਂਟੀਟੀ ਹੈ ਵੈਲੋਸਿਟੀ ਦਾ ਹਿੱਸਾ, ਵੈਲੋਸਿਟੀ ਕਿਹਦਾ ਹਿੱਸਾ ਹੈ ਐਕਸਲਰੇਸ਼ਨ ਦਾ, ਤਾਂ ਕਰਕੇ ਇਹ ਵੀ ਕੀ ਹੈ ਆਪਣੇ ਕੋਲੇ ਇਹ ਹੈਗੀ ਹੈ ਵੈਕਟਰ ਕੁਆਂਟੀਟੀ। ਇਹ ਸੀ ਆਪਣਾ ਕਨਸੈਪਟ ਛੋਟਾ ਜਿਹਾ। ਇੱਕ ਚੀਜ਼ ਨੋਟ ਕਰ ਲਿਓ ਬਸ, ਇੱਕ ਚੀਜ਼ ਹੋਰ ਦੱਸ ਦੇਣਾ ਤੁਹਾਨੂੰ, ਇਹ ਮਾਈਨਸ ਚ ਵੀ ਹੋ ਸਕਦੀ ਹੈ, ਇਹ ਵੀ ਨੋਟ ਕਰ ਲਿਓ ਕਿਵੇਂ, ਉਹ ਵੀ ਦੱਸ ਦੇਣਾ। ਚਲੋ ਇਹ ਵੀ ਡਾਊਟ ਤੁਹਾਡਾ ਕਲੀਅਰ ਕਰ ਦੇਣਾ। ਹੁਣ ਆਪਣੇ ਕੋਲ ਜਦੋਂ ਆਪਾਂ ਚੱਲੇ ਸੀਗੇ ਇਹ ਸੀ 8 ਮੀਟਰ ਪ੍ਰਤੀ ਸੈਕਿੰਡ, v ਸੀ 8, ਠੀਕ ਹੈ, ਸੌਰੀ u ਸੀ, u ਆਪਣੇ ਕੋਲ ਕੀ 8 ਸੀਗੀ, ਤੇ ਜਦੋਂ ਆਪਾਂ ਉੱਥੇ ਪਹੁੰਚ ਗਏ ਉਹ ਹੋ ਗਈ 2 ਮੀਟਰ ਪ੍ਰਤੀ ਸੈਕਿੰਡ, ਕੀ ਹੋ ਗਈ v। ਟਾਈਮ ਕਿੰਨਾ ਲੱਗਿਆ ਉਹੀ ਆਪਾਂ ਨੂੰ 3 ਮੀਟਰ। ਹੁਣ ਆਪਾਂ ਕੀ ਫਾਰਮੂਲਾ ਕੀ ਆਪਣੇ ਕੋਲ v - u/t, v ਕਿੰਨੀ ਹੈ 2, ਆ ਕਿੰਨਾ ਆ ਗਿਆ ਆਪਣੇ ਕੋਲੇ, ਠੀਕ ਹੈ -6/3। ਤਾਂ ਇੱਥੇ ਆਪਣੇ ਕੋਲ ਕੀ ਆ ਗਿਆ -2 ਮੀਟਰ ਪ੍ਰਤੀ ਸੈਕਿੰਡ ਸਕੁਅਰ। ਇਹ ਮਾਈਨਸ ਚ ਵੀ ਹੋ ਸਕਦੀ ਹੈ ਐਕਸਲਰੇਸ਼ਨ, ਇਸ ਚੀਜ਼ ਦਾ ਧਿਆਨ ਰੱਖਣਾ। ਕਿਉਂ ਹੋ ਸਕਦੀ ਹੈ ਹੁਣ ਇਹ ਵੀ ਦੱਸ ਦੇਣਾ, ਠੀਕ ਹੈ। ਉਹ ਹੁੰਦੀ ਹੈ ਰਿਟਾਰਡੇਸ਼ਨ ਕਰਕੇ, ਰਿਟਾਰਡੇਸ਼ਨ ਕਰਕੇ। ਰਿਟਾਰਡੇਸ਼ਨ ਕੀ ਹੁੰਦੀ ਹੈ, ਜਦੋਂ ਆਪਾਂ ਕੀ ਕਰਦੇ ਆ ਨੈਗੇਟਿਵ ਦੇ ਵਿੱਚ ਐਕਸਲਰੇਸ਼ਨ ਹੁੰਦਾ, ਠੀਕ ਹੈ, ਉਹਨੂੰ ਕਹਿੰਦੇ ਆ ਰਿਟਾਰਡੇਸ਼ਨ। ਇਹ ਚੀਜ਼ਾਂ ਨੋਟ ਕਰਨ ਵਾਲੀਆਂ, ਇਹਨਾਂ ਚ ਕੁਐਸਚਨ ਬਣ ਜਾਣਾ ਇੱਕ ਅੱਧਾ ਤੁਹਾਡਾ, ਠੀਕ ਹੈ। ਨੈਗੇਟਿਵ ਐਕਸਲਰੇਸ਼ਨ ਨੂੰ ਕੀ ਕਹਿੰਦੇ ਆ, ਇਹਨੂੰ ਕੀ ਕਵਾਂਗੇ, ਉਹਨੇ ਇਹਨੂੰ ਕਵਾਂਗੇ ਰਿਟਾਰਡੇਸ਼ਨ, ਠੀਕ ਹੈ। ਚਲੋ ਹੁਣ ਤਾਂ ਆਈ ਥਿੰਕ ਕੁਝ ਵੀ ਨਹੀਂ ਰਹਿ ਗਿਆ ਇਹਦੇ ਵਿੱਚ, ਸਾਰਾ ਤੁਹਾਨੂੰ ਮੈਂ ਕਲੀਅਰ ਕਰਾਤਾ ਨਿੱਕੀ ਨਿੱਕੀ ਚੀਜ਼। ਜੇ ਫਿਰ ਵੀ ਤੁਹਾਨੂੰ ਲੱਗੇ ਕਿ ਸਰ ਕੋਈ ਡਾਊਟ ਹੈਗਾ ਜਾਂ ਸਾਨੂੰ ਸਮਝ ਨਹੀਂ ਆਇਆ, ਮੈਨੂੰ ਕਮੈਂਟ ਕਰਕੇ ਦੱਸ ਦਿਓ, ਠੀਕ ਹੈ। ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ। ਤਾਂ ਮੈਂ ਆ ਤੁਹਾਡਾ ਮੋਸ਼ਨ ਹੋ ਗਿਆ, ਹੁਣ ਆਪਾਂ ਕਰਾਂਗੇ ਫੋਰਸ ਐਂਡ ਲਾਅ ਆਫ ਮੋਸ਼ਨ, ਠੀਕ ਹੈ। ਚਲੋ ਬਹੁਤ ਬਹੁਤ ਸ਼ੁਕਰੀਆ।